ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਗਰੀਬ ਨਵਾਜ ਕਿਰਪਾਲੂ ਸਰਬ ਕਲਾ ਸਮਰੱਥ ਭਗਤ ਵਸ਼ਲ ਪਤਿਤ ਪਾਵਨ ਕਰੁਣਾ ਨਿਦਾਨ ਬਖਸ਼ਿਸ਼ਾਂ ਮਿਹਰਾਂ ਮਿਹਰਾਮਤਾਂ ਦੇ ਸਾਗਰ ਚਵਰ ਛਤਰ ਤਖਤ ਦੇ ਮਾਲਕ 10 ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਗੁਰਤਾ ਗੱਦੀ ਤੇ ਸੁਭਾਏ ਮਾਨ ਅਕਾਲ ਪੁਰਖ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਮਾਲਕ ਦੀ ਪਾਵਨ ਨਿੱਘੀ ਗੋਦ ਅੰਦਰ ਚੋਜੀ ਪ੍ਰੀਤਮ ਬਾਜਾਂ ਵਾਲੇ ਬਾਲਾ ਪ੍ਰੀਤਮ ਸਰਬੰਸ ਦਾਨੀ ਸੂਰਵੀਰ ਮਰਦ ਅਗੰਮੜੇ ਆਪੇ ਗੁਰ ਚੇਲਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਇਸ ਪਾਵਨ ਮਹਾਨ ਪਵਿੱਤਰ ਪ੍ਰਗਟ ਅਸਥਾਨ ਤਖਤ ਸ਼੍ਰੀ ਹਰਿਮੰਦਰ ਜੀ ਸ਼੍ਰੀ ਪਟਨਾ ਸਾਹਿਬ ਦੀ ਪਾਵਨ ਇਲਾਹੀ ਸਰਜ਼ਮੀਨ ਤੇ ਗੁਰੂ ਕੀ ਆਸੀਸ ਦੇ ਸਦਕਾ ਮਾਲਕ ਦੀ ਨਦਰ ਦੇ ਸਦਕਾ ਗੁਰੂ ਕੀ ਬਖਸ਼ਿਸ਼ ਦੇ ਸਦਕਾ ਸਾਹਿਬ ਦੀ ਪਾਵਨ ਗੋਦ ਅੰਦਰ ਜੁੜ ਬੈਠੇ ਗੁਰੂ ਸਵਾਰੇ ਖਾਲਸਾ ਜੀ, ਆਓ ਸਾਹਿਬ ਨੇ ਅਸਾਂ ਕਲਯੁਗੀ ਜੀਵਾਂ ਤੇ ਸਭਨਾਂ ਤੇ ਤਰਸ ਕੀਤਾ ਹੈ। ਮੀਰੀਆਂ ਪੀਰੀਆਂ ਦੇ ਦਾਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਜੀਵਨ ਬਿਰਤਾਂਤ ਸਰਵਣ ਕਰਦੇ ਹਾਂ। ਸਾਹਿਬ ਜੀ ਦੇ ਜੀਵਨ ਦੇ ਜੋ 4 ਮਹਾਨ ਜੰਗ ਹਨ, ਤਿੰਨਾਂ ਦੇ ਵਿੱਚੋਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਦਾ ਉਹ ਮਹਾਨ ਜੰਗ ਜੋ ਲੰਬੇਰੇ ਸਮੇਂ ਤੋਂ ਲੜੀਵਾਰ ਇਤਿਹਾਸ ਦੀ ਇਸ ਗਾਥਾ ਦੇ ਤਹਿਤ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦਿਨੀ ਜੋ ਸਰਵਣ ਕੀਤਾ ਹੈ ਕਿ ਹਜੂਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਇਸ ਜੰਗ ਦੇ ਵਿੱਚ ਸ਼ਾਮਿਲ ਹੋਏ ਨੇ। ਭਾਈ ਬਿਧੀ ਚੰਦ ਸਾਹਿਬ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਹੋ ਕਰਕੇ ਹੋਰ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਨੇ ਉਹ ਵੀ ਸਾਥ ਦੇ ਕਰਕੇ ਇਹ ਭਾਰੀ ਜੰਗ ਜਿਹੜਾ ਇਹ ਲੜਿਆ ਜਾ ਰਿਹਾ, ਜਿਸ ਵਿੱਚ ਪੈਂਦੇ ਖਾਂ ਵੀ ਮਾਰਿਆ ਗਿਆ, ਉਸਮਾਨ ਖਾਂ ਵੀ ਮਾਰਿਆ ਗਿਆ, ਕੁਤਬ ਖਾਂ ਵੀ ਮਾਰਿਆ ਗਿਆ, ਪਰ ਕਾਲੇ ਖਾਂ ਜਿਹੜਾ ਸੀ ਉਹ ਹਜੇ ਬਾਕੀ ਸੀ। ਉਹਨੇ ਫਿਰ ਹਿੰਮਤ ਕੀਤੀ ਹੈ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਮਕਸ਼ ਆਇਆ ਤੇ ਪਾਤਸ਼ਾਹ ਜੀ ਨੂੰ ਲਲਕਾਰ ਕੇ ਵੰਗਾਰ ਕੇ ਹਜੂਰ ਪਾਤਸ਼ਾਹ ਜੀ ਦੇ ਵਿੱਚ ਰੋਹ ਭਰਦਾ ਹੋਇਆ ਬੜੇ ਉੱਚੀ ਸ਼ਬਦਾਂ ਦੇ ਵਿੱਚ ਕਹਿੰਦਾ ਹੈ ਕਿ ਤੁਸੀਂ ਹੁਣ ਮੇਰੇ ਨਾਲ ਸਿੱਧਾ ਲੜਨਾ ਕਰੋ। ਭਾਵ ਪਹਿਲਾਂ ਤੁਸੀਂ ਦੂਰ ਖੜ ਕੇ ਲੜਾਈ ਲੜਦੇ ਰਹੇ ਹੋ, ਤੁਹਾਡੇ ਸਿੱਖ ਅਗਾਂਹ ਹੋ ਕੇ ਲੜਦੇ ਰਹੇ ਨੇ, ਆਓ ਹੁਣ ਆਪਾਂ ਆਮੋ ਸਾਹਮਣੇ ਦੀ ਜੰਗ ਕਰਦੇ ਹਾਂ। ਸੋ ਇਸ ਤਰ੍ਹਾਂ ਹਜੂਰ ਪਾਤਸ਼ਾਹ ਜੀ ਦੇ ਸਾਹਮਣੇ ਆਇਆ। ਫਿਰ ਪਾਤਸ਼ਾਹ ਜੀ ਨੇ ਕਿਹਾ ਤੂੰ ਪਹਿਲਾਂ ਵਾਰ ਕਰ ਲਾ, ਮਤਾ ਤੇਰੇ ਮਨ ਦੇ ਵਿੱਚ ਕਿਤੇ ਖਿਆਲ ਹੀ ਨਾ ਰਹਿ ਜਾਵੇ। ਸੋ ਉਹਨੇ ਸਭ ਤੋਂ ਪਹਿਲਾਂ ਤੀਰ ਜਿਹੜਾ ਸੀ ਬੜੇ ਚੌੜੇ ਫਣ ਦਾ ਤੀਰ ਉਹਨੇ ਹਜੂਰ ਪਾਤਸ਼ਾਹ ਜੀ ਦੇ ਮਸਤਕ ਦਾ ਨਿਸ਼ਾਨਾ ਬੰਨ੍ਹ ਕੇ ਉਹਨੇ ਜਦੋਂ ਚਲਾਇਆ ਤਾਂ ਪਾਤਸ਼ਾਹ ਜੀ ਨੇ ਆਪਣਾ ਮੁਬਾਰਕ ਚਿਹਰਾ ਜਿਹੜਾ ਉਹ ਘੁਮਾ ਦਿੱਤਾ ਹੈ। ਤਾਂ ਇਹਦਾ ਤੀਰ ਜਿਹੜਾ ਸੀ, ਕਿਉਂਕਿ ਇਹ ਬੜਾ ਵੱਡਾ ਤੀਰ ਅੰਦਾਜ਼ ਹੈ, ਬੜਾ ਵੱਡਾ ਉਸਤਾਦ ਹੈ ਸ਼ਸਤਰ ਵਿਦਿਆ ਦਾ, ਇਹਦਾ ਤੀਰ ਜਿਹੜਾ ਸੀ ਹਜੂਰ ਪਾਤਸ਼ਾਹ ਜੀ ਦੇ ਮਸਤਕ ਨੂੰ ਰੱਤਾ ਕੁ ਜਿੰਨਾ ਛੋਹ ਕੇ ਗਿਆ, ਜਿਸ ਦੇ ਨਾਲ ਪਾਤਸ਼ਾਹ ਜੀ ਦੇ ਮਸਤਕ ਦੇ ਵਿੱਚੋਂ ਇੱਕ ਬੂੰਦ ਜਿਹੜੀ ਹੈ ਉਹ ਸਾਹਿਬ ਜੀ ਦੇ ਮੁਬਾਰਕ ਖੂਨ ਦੀ ਨਿਕਲੀ ਹੈ। ਕਵੀ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ, ਇੰਜ ਲੱਗਦਾ ਜਿਵੇਂ ਪਾਤਸ਼ਾਹ ਜੀ ਦੇ ਮਸਤਕ 'ਤੇ ਅਕਾਲ ਪੁਰਖ ਪਰਮੇਸ਼ਰ ਨੇ ਜਿੱਤ ਦਾ ਤਿਲਕ ਜਿਹੜਾ ਉਹ ਲਾ ਦਿੱਤਾ ਹੋਵੇ। ਸੋ ਹਜੂਰ ਪਾਤਸ਼ਾਹ ਫਿਰ ਇਹਨੂੰ ਕਹਿੰਦੇ ਕਿ ਕਾਲੇ ਖਾਂ ਹੁਣ ਆਪਣੇ ਆਪ ਨੂੰ ਸੰਭਾਲ, ਤੂੰ ਪਹਿਲਾਂ ਵਾਰ ਕਰ ਲਿਆ, ਹੁਣ ਸਾਡੀ ਵਾਰੀ ਹੈ। ਫਿਰ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਵਾਰ ਕੀਤਾ ਤੇ ਪਾਤਸ਼ਾਹ ਜੀ ਦਾ ਤੀਰ ਜਿਹੜਾ ਸੀ ਉਹ ਇਹਦੇ ਘੋੜੇ ਦੇ ਆਰ ਪਰ ਹੋਇਆ ਤੇ ਇਹਦਾ ਘੋੜਾ ਜਿਹੜਾ ਉਸੇ ਵੇਲੇ ਜ਼ਮੀਨ 'ਤੇ ਡਿੱਗਿਆ, ਉਹ ਮਰ ਗਿਆ। ਇਹ ਫਿਰ ਘੋੜੇ ਤੋਂ ਥੱਲੇ ਹੋ ਕਰਕੇ ਆਪਣੇ ਪੈਰਾਂ 'ਤੇ ਖੜਾ ਹੋ ਕਰਕੇ ਹੱਥ ਵਿੱਚ ਸ਼ਮਸ਼ੀਰ ਫੜ ਕੇ ਹਜੂਰ ਪਾਤਸ਼ਾਹ ਨੂੰ ਕਹਿੰਦਾ ਹੈ ਕਿ ਮਹਾਰਾਜ ਇਹ ਕੋਈ ਜੰਗ ਦਾ ਨਿਯਮ ਨਹੀਂ ਕਿ ਤੁਸੀਂ ਘੋੜੇ 'ਤੇ ਚੜ੍ਹੇ ਹੋਵੋ ਅਤੇ ਮੈਂ ਜ਼ਮੀਨ 'ਤੇ ਖੜਾ ਹੋਵਾਂ। ਅਸਵਾਰ ਦੇ ਨਾਲ ਅਸਵਾਰ ਦੀ ਜੰਗ ਹੁੰਦੀ ਹੈ, ਪੈਦਲ ਵਾਲੇ ਦੇ ਨਾਲ ਪੈਦਲ ਵਾਲੇ ਦੀ ਜੰਗ ਹੁੰਦੀ ਹੈ। ਸੋ ਜੰਗ ਦੇ ਨਿਯਮ ਮੁਤਾਬਕ ਤੁਸੀਂ ਥੱਲੇ ਉਤਰੋ। ਤਾਂ ਹਜੂਰ ਪਾਤਸ਼ਾਹ ਜੀ ਪਹਿਲਾਂ ਵੀ ਉਤਰਨਾ ਚਾਹੁੰਦੇ ਸੀ, ਪਰ ਖੈਰ ਜਦੋਂ ਇਹਨੇ ਹੋਰ ਵੰਗਾਰ ਦਿੱਤਾ, ਲਲਕਾਰ ਦਿੱਤਾ, ਹਜੂਰ ਪਾਤਸ਼ਾਹ ਠਾਂ ਆਏ ਨੇ। ਫਿਰ ਪਾਤਸ਼ਾਹ ਜੀ ਦੇ ਨਾਲ ਲੰਬੇਰਾ ਸਮਾਂ ਇਹਨੇ ਜੰਗ ਲੜਿਆ, 1-2-4 ਮਿੰਟਾਂ 'ਚ ਇਹਦਾ ਵੱਧ ਨਹੀਂ ਹੋਇਆ। ਲੰਬਾ ਸਮਾਂ ਕਦੀ ਢਾਲ ਦੇ ਨਾਲ ਢਾਲ ਵੱਜਦੀ ਹੈ, ਕਦੀ ਇੱਕ ਦੂਜੇ ਨੂੰ ਧੱਕਾ ਮਾਰਿਆ ਜਾਂਦਾ ਹੈ। ਕੱਲ੍ਹ ਜ਼ਿਕਰ ਆਇਆ ਸੀ ਜਿਵੇਂ ਬਲਦ ਭਿੜਦੇ ਨੇ, ਜਿਵੇਂ ਹਾਥੀ ਜਿਹੜੇ ਨੇ ਮਸਤ ਹਾਥੀ ਜਿਵੇਂ ਆਪਣੀ ਮਸਤੀ ਵਿੱਚ ਆਉਂਦਾ ਹੈ, ਇਸ ਤਰ੍ਹਾਂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਤੇ ਖਾਲੇ ਖਾਂ ਇਹ ਜੰਗ ਲੜ ਰਹੇ ਨੇ। ਇੱਧਰ ਕਰਤਾਰਪੁਰ ਸਾਹਿਬ ਦੀਆਂ ਉੱਚੀਆਂ ਅਟਾਰੀਆਂ 'ਤੇ ਖੜ੍ਹੇ ਹੋ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਮਹਿਲ ਅਤੇ ਹੋਰ ਘਰ ਦੀਆਂ ਬੀਬੀਆਂ, ਬੱਚੀਆਂ, ਇਸਤਰੀਆਂ ਜਿਹੜੀਆਂ ਨੇ ਉਹ ਸਾਰੇ ਸੇਵਕ ਜਿਹੜੇ ਨੇ ਉਹ ਇਹ ਸਾਰਾ ਜੰਗ ਦੇਖ ਰਹੇ ਨੇ।
ਤੇ ਹੁਣ ਕੀ ਦੇਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਕਾਲੇ ਖਾਂ ਭਿੜਦਾ ਹੈ ਤੇ ਬੜੇ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਉੱਤੇ ਵਾਰ ਹੋ ਰਹੇ ਨੇ। ਨਾ ਉਹਦਾ ਵਾਰ ਖਾਲੀ ਜਾ ਰਿਹਾ, ਨਾ ਹਜੂਰ ਦਾ ਵਾਰ ਖਾਲੀ ਜਾ ਰਿਹਾ। ਵਾਰ ਬਿਲਕੁਲ ਸਿਰ ਤੇ ਲੱਗਦੇ ਨੇ, ਪਰ ਉਹ ਵੀ ਵਾਰ ਅੱਗੋਂ ਢਾਲ ਤੇ ਰੋਕ ਲੈਂਦਾ ਤੇ ਸਤਿਗੁਰੂ ਪਾਤਸ਼ਾਹ ਜੀ ਵੀ ਵਾਰ ਰੋਕ ਲੈਂਦੇ ਨੇ। ਇਸ ਤਰ੍ਹਾਂ ਹਾਲੇ ਤੱਕ ਕਿਸੇ ਦੇ ਉੱਤੇ ਸਰੀਰ ਤੇ ਕੋਈ ਘਾਵ ਨਹੀਂ ਲੱਗਾ, ਪਰ ਪ੍ਰੇਮ ਦੇ ਵਿੱਚ ਗੁਰੂ ਕੇ ਸਿੱਖ ਜਿਹੜੇ ਨੇ ਉਹ ਪ੍ਰੇਮ ਰੂਪੀ ਡਰ ਦੇ ਵਿੱਚ ਭਰੇ ਨੇ ਕਿ ਇੰਨੀ ਲੰਬੀ ਲੜਾਈ ਚੱਲਦੀ ਪਈ ਹੈ। ਕਿਉਂਕਿ ਕਾਲੇ ਖਾਂ ਬੜਾ ਉਸਤਾਦ ਹੈ, ਸ਼ਸਤਰ ਵਿੱਦਿਆ ਦਾ ਬੜਾ ਮਾਹਰ ਹੈ, ਤਾਂ ਕਿਤੇ ਨਾ ਕਿਤੇ ਇਸ ਲੰਮੀ ਲੜਾਈ ਨੂੰ ਦੇਖ ਕਰਕੇ ਸੇਵਕਾਂ ਦੇ ਮਨ ਉਹ ਨਿਰਮਲ ਭੈ ਦੇ ਵਿੱਚ ਆ ਗਏ ਨੇ ਕਿ ਪਤਾ ਨਹੀਂ ਗੁਰੂ ਕੀ ਖੇਡ ਵਰਤਾ ਦੇਣਗੇ। ਪਰ ਆਖਰ ਇਹਦਾ ਸਮਾਂ ਪੂਰਾ ਹੋ ਗਿਆ, ਕਿਉਂਕਿ ਇੰਨਾ ਸਮਾਂ ਇਹਦੇ ਨਾਲ ਲੜਨ ਦਾ ਮਕਸਦ ਹੀ ਇਹ ਸੀਗਾ ਕਿ ਇਹਦੇ ਸਵਾਸ ਜਿਹੜੇ ਜਿੰਨੇ ਕੁ ਰਹਿੰਦੇ ਨੇ ਉਹ ਪੂਰੇ ਹੋ ਜਾਣ। ਜਿਵੇਂ ਆਪਾਂ ਬਾਜਾਂ ਵਾਲੇ ਸਾਹਿਬ ਜੀ ਦਾ ਜੀਵਨ ਦੇਖਦੇ ਹਾਂ ਕਿ ਜਦੋਂ ਪਠਾਨ ਨੇ ਖੰਜਰ ਮਾਰਿਆ ਸੀ ਤੇ ਹਜੂਰ ਪਾਤਸ਼ਾਹ ਜੀ ਨੇ ਜਦੋਂ ਆਪਣਾ ਸ੍ਰੀ ਸਾਹਿਬ ਜਿਹੜਾ ਸੀ ਉਹ ਮਿਆਨ ਦੇ ਵਿੱਚੋਂ ਕੱਢਣ ਲੱਗੇ ਤਾਂ ਉਹਦੇ ਪ੍ਰਥਾਏ ਵਿਦਵਾਨਾਂ ਨੇ ਲਿਖਿਆ ਹੈ ਕਿ ਪਾਤਸ਼ਾਹ ਜੀ ਨੇ ਇੱਕ ਵਾਰ ਮਿਆਨ ਝਟਕਿਆ ਤੇ ਉਹ ਖੰਜਰ ਜਿਹੜਾ ਸੀ ਖੈਰ ਪਾਤਸ਼ਾਹ ਦਾ ਉਹ ਨਿਕਲਿਆ ਨਾ। ਦੂਜੀ ਵਾਰ ਜਦੋਂ ਮਿਆਨ ਝਟਕਿਆ ਇੰਨੇ ਸਮੇਂ ਤੱਕ ਉਹਦੇ ਸਾਹ ਜਿਹੜੇ ਸੀ ਪੂਰੇ ਹੋ ਗਏ, ਕਿਉਂਕਿ ਉਹਦੇ ਇੱਕ ਦੋ ਸਾਹ ਜਿਹੜੇ ਸਨ ਉਹ ਬਾਕੀ ਸਨ। ਸੋ ਇਸੇ ਤਰ੍ਹਾਂ ਇਸੇ ਪਠਾਨ ਦੀ ਗਾਥਾ ਹੈ ਕਿ ਇਹ ਕਾਲੇ ਖਾਂ ਜਿਹੜਾ ਇਹਦੇ ਸਾਹ ਹਜੇ ਬਾਕੀ ਸਨ, ਸਮਾਂ ਆ ਗਿਆ ਹੈ, ਥਾਂ ਪਹੁੰਚ ਗਿਆ ਹੈ ਜਿਸ ਤਲਵਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਇਹਦਾ ਵੱਧ ਹੋਣਾ ਹੈ, ਉਹ ਤਲਵਾਰ ਵੀ ਹਾਜ਼ਰ ਹੈ, ਜਿਸ ਨੇ ਵੱਧ ਕਰਨਾ ਉਹ ਗੁਰੂ ਵੀ ਹਾਜ਼ਰ ਹੈ, ਪਰ ਇਹਦੇ ਕੁਝ ਸਾਹ ਬਾਕੀ ਸਨ। ਸੋ ਇਸ ਤਰ੍ਹਾਂ ਲੜਾਈ ਚੱਲਦੀ ਰਹੀ। ਅਖੀਰ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬੜੇ ਵੀਰ ਰਸ ਵਿੱਚ ਆ ਕਰਕੇ ਇੱਕ ਐਸਾ ਵਾਰ ਕੀਤਾ ਇਹਦੇ ਸਿਰ ਦੇ ਵਿੱਚ ਕਿ ਇਹਦਾ ਧੜ ਜਿਹੜਾ ਸੀ ਬਿਲਕੁਲ ਐਨ ਨੱਕ ਦੀ ਸੇਧ ਤੋਂ ਇਹਦਾ ਧੜ ਜਿਹੜਾ ਸੀ ਪਾਤਸ਼ਾਹ ਜੀ ਨੇ ਦੋ ਫਾੜ ਕਰਕੇ ਰੱਖ ਦਿੱਤਾ। ਸੋ ਇਸ ਤਰ੍ਹਾਂ ਇਹਦੇ ਇੱਕ ਹੱਥ ਵਿੱਚ ਇਹਦੀ ਤਲਵਾਰ ਹੈ, ਦੋਨੋਂ ਧੜ ਜਿਹੜੇ ਭਾਵ ਦੋ ਟੁਕੜੇ ਜਿਹੜੇ ਇਹਦੇ ਸਰੀਰ ਦੇ ਦੋ ਫਾੜ ਹੋ ਕੇ ਡਿੱਗ ਪਏ ਤੇ ਇਧਰ ਜਿੱਤ ਦੇ ਨਗਾਰੇ ਜਿਹੜੇ ਸਾਨੂੰ ਵੱਜ ਗਏ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜੈ ਜੈਕਾਰ। ਭਾਈ ਬਿਧੀ ਚੰਦ ਸਾਹਿਬ ਹੋਰ ਗੁਰੂ ਕੇ ਸਿੱਖਾਂ ਨੇ ਜਿਹੜੇ ਗੁਰੂ ਕੀ ਜੈ ਜੈਕਾਰ ਦੇ ਨਾਅਰੇ ਜਿਹੜੇ ਸਨ ਉਹ ਲਾ ਦਿੱਤੇ। ਇਸ ਤਰ੍ਹਾਂ ਇਹਨਾਂ ਦੇ ਜਦੋਂ ਸੈਨਾਪਤੀ ਮਾਰੇ ਗਏ ਤੇ ਤੁਰਕੀਆਂ ਫੌਜਾਂ ਜਿਹੜੀਆਂ ਨੇ ਇਹ ਸਾਰਿਆਂ ਦੇ ਹੌਸਲੇ ਜਿਹੜੇ ਨੇ ਉਹ ਅਸਤ ਨਸਤ ਹੋ ਗਏ ਨੇ, ਉਹ ਸਾਰੇ ਤਹਿਸ ਨਹਿਸ ਹੋ ਗਏ। ਫਿਰ ਸਾਰੀਆਂ ਫੌਜਾਂ ਜਿਹੜੀਆਂ ਪਿਛਾਂ ਹਟ ਗਈਆਂ, ਇਹ ਜੰਗ ਹਾਰ ਗਏ ਨੇ। ਸੋ ਇਸ ਤਰ੍ਹਾਂ ਕੱਲ੍ਹ ਕਰਤਾਰਪੁਰ ਸਾਹਿਬ ਦਾ ਜੰਗ ਜਿਹੜਾ ਸੰਪੂਰਨ ਹੋਇਆ। ਕੱਲ੍ਹ ਦੇ ਪ੍ਰਸੰਗ ਆਪ ਜੀ ਨੇ ਬੜੇ ਪਿਆਰ ਵਿਸਥਾਰ ਸਹਿਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਜੀ ਤਿੰਨਾਂ ਪਾਸੋਂ ਆਪਾਂ ਸਰਵਣ ਕੀਤੇ ਸਨ। ਸੋ ਆਓ ਹੁਣ ਅੱਜ ਦੀ ਇਸ ਪਾਵਨ ਲੜੀ ਨੂੰ ਅਗਾਂਹ ਲੈ ਕੇ ਤੁਰੀਏ। ਜਿਤਨੇ ਵੀ ਸਰੀਰ ਇੱਥੇ ਸੁਭਾਇਮਾਨ ਹੋ, ਸੰਸਾਰ ਭਰ ਵਿੱਚ ਸੁਰਤਾਂ ਟਿਕਾ ਕੇ ਬੈਠੇ ਹੋ, ਆਓ ਅਰਦਾਸ ਕਰੋ ਮਾਲਕ ਸਮਰੱਥ ਸਾਈਂ, ਤਰਸ ਕਰਿਓ ਕਲਯੁਗੀ ਜੀਵਾਂ ਨੂੰ, ਵਾਸ਼ਨਾ ਵਿੱਚ ਬੱਜਿਆਂ ਨੂੰ ਆਪਣੇ ਘਰ ਦੀ ਸਿਫਤੋ ਸਲਾਘਾ ਕਰਨ ਦਾ ਬਲ ਬਖਸ਼ੋ। ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ, ਕੁਝ ਕਹਿਣ ਸੁਣਨ ਦਾ ਬਲ ਬਖਸ਼ੋ। ਆਓ ਜਿਤਨੇ ਵੀ ਸਰੀਰ ਜੁੜ ਬੈਠੇ ਹਾਂ ਪਿਆਰ ਸਹਿਤ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰਾ ਚੌਂ ਦਿਸ ਪੁਰ ਕਰ ਤਾਰ ਕੇ ਜੋਧਾ ਬ੍ਰਿੰਦ ਤੁਰੰਗ। ਸੋ ਇਸ ਤਰ੍ਹਾਂ ਕਰਤਾਰਪੁਰ ਸਾਹਿਬ ਜੀ ਦੇ ਚਾਰੇ ਪਾਸੇ ਜਿੱਥੋਂ ਤੱਕ ਜਿੱਧਰ ਨੂੰ ਵੀ ਨਿਗਾਹ ਮਾਰੀ ਜਾਂਦੀ ਹੈ ਕੇਵਲ ਘੋੜੇ ਅਤੇ ਯੋਧੇ ਸੂਰਮੇ ਜਿਹੜੇ ਹਨ ਉਹਨਾਂ ਦੇ ਹੋਏ ਸਰੀਰ ਜਿਹੜੇ ਹਨ। ਪਰੇ ਹਜ਼ਾਰੋ ਮ੍ਰਿਤਕ ਭੇ ਭੀਮ ਥਾਨ ਤਿਨ ਸੰਗ। ਤੇ ਕੋਈ 2-400 ਜਾਂ 2-4 ਹਜ਼ਾਰ ਦੀ ਗਿਣਤੀ ਨਹੀਂ ਹੈ, ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ, ਕਿਉਂਕਿ 1 ਲੱਖ ਫੌਜ ਤੇ ਉਹਨਾਂ ਦੀ ਸੀ, ਸਿੱਧਾ ਜਿਹਾ ਹਿਸਾਬ ਹੈ। ਸੋ ਇਸ ਤਰ੍ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਘੋੜੇ ਅਤੇ ਸੂਰਮੇ ਜਿਹੜੇ ਹਨ ਉਹਨਾਂ ਦੇ ਸਰੀਰ ਜਿਹੜੇ ਉਹ ਲੋਥਾਂ ਬਣ ਕੇ ਡਿੱਗੇ ਪਏ ਹਨ। ਚੌਪਈ ਬਿਧੀ ਚੰਦ ਸੋ ਸ੍ਰੀ ਮੁਖ ਕਹਿਓ। ਜਦੋਂ ਜੰਗ ਦੀ ਸੰਪੂਰਨਤਾ ਹੋਈ ਹੈ, ਸੰਧਿਆ ਦਾ ਸਮਾਂ ਹੈ, ਹਜੂਰ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਬੜੇ ਪਿਆਰ ਸਹਿਤ ਸੰਬੋਧਨ ਕਰਕੇ ਕਿਹਾ ਹੈ, ਲੱਖੋ ਆਦ ਪਰਲੋਕ ਜੇ ਲਹਿਓ। ਕਿ ਭਾਈ ਬਿਧੀ ਚੰਦ ਸਾਹਿਬ ਜੀ ਆਪਣੇ ਮਹਾਨ ਯੋਧੇ ਸੂਰਬੀਰ ਗੁਰਸਿੱਖ ਭਾਈ ਲੱਖੂ ਅਤੇ ਹੋਰ ਜਿਹੜੇ ਗੁਰਸਿੱਖ ਹਨ, ਪਠੋ ਦਾਸ ਤਿਨ ਲੋਥਨ ਲੈ। ਸੇਵਕਾਂ ਨੂੰ ਦਾਸਾਂ ਨੂੰ ਭੇਜੋ ਜਿਨ੍ਹਾਂ ਦੇ ਸਰੀਰ ਹਜੇ ਸਲਾਮਤ ਹਨ, ਭਾਵ ਜਿਨ੍ਹਾਂ ਨੂੰ ਸ਼ਹੀਦੀ ਨਹੀਂ ਪ੍ਰਾਪਤ ਹੋਈ ਹੈ, ਉਹਨਾਂ ਨੂੰ ਭੇਜੋ
ਤੇ ਉਹ ਜੰਗ ਦੇ ਵਿੱਚੋਂ ਇਹਨਾਂ ਤੁਰਕਾਂ ਦੇ ਸਰੀਰਾਂ ਦੇ ਵਿੱਚੋਂ ਭਾਈ ਲੱਖੂ ਜੀ ਤੇ ਸਾਡੇ ਹੋਰ ਜਿਹੜੇ ਗੁਰਸਿੱਖ ਹਨ ਉਹਨਾਂ ਦੇ ਮ੍ਰਿਤਕ ਸਰੀਰ, ਸ਼ਹੀਦ ਹੋਏ ਸਿੱਖਾਂ ਦੇ ਸਰੀਰ ਜਿਹੜੇ ਨੇ ਉਹਨਾਂ ਨੂੰ ਲੱਭ ਕੇ ਲਿਆਉਣਾ ਕਰਨ। ਰਚੇ ਚਿਤਾ ਸਵਦਾਹ ਕਰਿਆ। ਤੇ ਸਭ ਕਹਿੰਦੇ ਵੱਡੀ ਚਿਖਾ ਜਿਹੜੀ ਹੈ ਅੰਗੀਠਾ ਰਚ ਕੇ ਤੇ ਸਾਰੇ ਗੁਰਸਿੱਖਾਂ ਦੇ ਸਰੀਰ ਜਿਹੜੇ ਨੇ ਉਹਨਾਂ ਦਾ ਦਾਹ ਸੰਸਕਾਰ ਕਰਨਾ ਕਰੋ। ਸੁਨ ਆਗਿਆ ਬੋਦਾਸ ਪਠਾਏ। ਤੇ ਸਤਿਗੁਰਾਂ ਦੀ ਆਗਿਆ ਪਾ ਕਰਕੇ ਭਾਈ ਬਿਧੀ ਚੰਦ ਸਾਹਿਬ ਜੀ ਨੇ ਬਹੁਤ ਗੁਰਸਿੱਖ ਸੇਵਕ ਜਿਹੜੇ ਸਨ ਉਹ ਇਸ ਸੇਵਾ ਦੇ ਵਿੱਚ ਭੇਜ ਦਿੱਤੇ ਹਨ। ਅਮੀ ਚੰਦ ਮਹਿਰਾ ਦਿਖ ਲਿਆਏ। ਉਹ ਫਿਰ ਗੁਰਸਿੱਖਾਂ ਨੇ ਭਾਈ ਲਖੂ ਜੀ, ਭਾਈ ਅਮੀ ਚੰਦ, ਭਾਈ ਮਹਿਰਾ ਜੋ ਸ਼ਹੀਦ ਹੋਏ ਨੇ ਇਹਨਾਂ ਦੇ ਸਮੇਤ ਹੋਰ ਵੀ ਬੇਅੰਤ ਗੁਰਸਿੱਖਾਂ ਦੇ ਸਰੀਰ ਜਿਹੜੇ ਨੇ ਉਹ ਲੱਭ ਕੇ ਲਿਆਉਣਾ ਕੀਤੇ ਹਨ। ਕਾਸ਼ਟ ਸੰਚ ਦਾਏ ਸਭ ਕਰੇ। ਤੇ ਫਿਰ ਬਹੁਤ ਜ਼ਿਆਦਾ ਲੱਕੜਾਂ ਜਿਹੜੀਆਂ ਨੇ ਇੱਕ ਸਮਾਨ ਰੂਪ ਵਿੱਚ ਅੰਗੀਠਾ, ਜਿਹਨੂੰ ਆਪਾਂ ਸੰਸਾਰੀ ਭਾਸ਼ਾ 'ਚ ਚਿਖਾ ਕਹਿ ਦਿੰਦੇ ਹਾਂ, ਉਹ ਅੰਗੀਠਾ ਤਿਆਰ ਕਰਕੇ ਸਾਰੇ ਗੁਰਸਿੱਖਾਂ ਦੇ ਸਰੀਰਾਂ ਦੇ ਦਾਹ ਸੰਸਕਾਰ ਕੀਤੇ ਗਏ। ਲਿਆਏ ਉਠਾਏ ਜੇ ਘਾਇਲ ਪਰੇ। ਤੇ ਫਿਰ ਜਿਹੜੇ ਘਾਇਲ ਹੋਏ ਨੇ, ਭਾਵ ਜਿਹੜੇ ਸ਼ਹੀਦ ਨਹੀਂ ਹੋਏ ਪਰ ਬਹੁਤ ਜ਼ਿਆਦਾ ਘਾਇਲ ਹਨ, ਉੱਠਿਆ ਵੀ ਨਹੀਂ ਉਹਨਾਂ ਤੋਂ ਆਪਣੇ ਆਪ ਜਾਂਦਾ, ਸਹਿਕਦੇ ਸਰੀਰ ਜਿਹੜੇ ਨੇ ਉਹ ਸਾਰੇ ਸਰੀਰਾਂ ਨੂੰ ਵੀ ਫਿਰ ਲਿਆਂਦਾ ਗਿਆ ਹੈ। ਇਤਨੇ ਵਿਖੇ ਨਿਸਾ ਹੋਏ ਆਈ। ਇੰਨੇ ਸਮੇਂ ਦੇ ਦਰਮਿਆਨ ਸ਼ਾਮ ਦਾ ਸਮਾਂ ਜਿਹੜਾ ਉਹ ਖਤਮ ਹੋ ਗਿਆ ਤੇ ਰਾਤਰੀ ਦਾ ਹਨੇਰਾ ਜਿਹੜਾ ਉਹ ਪਸਰਨ ਲੱਗਾ ਹੈ। ਸਿਆਲ ਪੁਕਾਰ ਕੀਨ ਚਹਕਾਈ। ਤੇ ਗਿੱਦੜ ਜਿਹੜੇ ਹਨ ਉਹ ਚਾਰੇ ਪਾਸੇ ਉੱਚੀ ਉੱਚੀ ਮਾਸ ਖਾਣ ਦੀਆਂ ਪੁਕਾਰਾਂ ਕਰ ਰਹੇ ਹਨ। ਕੂਕਰ ਬੋਲਤ ਪਖੀਅਤ ਮਾਸ। ਤੇ ਕੁੱਤੇ ਆਦਿਕ, ਗਿੱਦੜ ਆਦਿਕ ਜਿਹੜੇ ਹਨ ਉੱਚੀ ਉੱਚੀ ਕੁੱਤੇ ਭੌਂਕਦੇ ਵੀ ਨੇ, ਫਿਰ ਇਹ ਮਾਸ ਵੀ ਖਾ ਰਹੇ ਹਨ। ਘਾਇਲ ਤੁਰਕ ਕਰਾਹਤ ਰਾਸ। ਤੇ ਜਿਹੜੇ ਤੁਰਕ ਘਾਇਲ ਹੋ ਗਏ ਨੇ ਉਹ ਕੁਰਲਾਉਂਦੇ ਪਏ ਨੇ ਕਿ ਕੋਈ ਸਾਡੀ ਸਾਰ ਲਓ, ਜਾਂ ਜਿਹੜੇ ਕੁੱਤੇ ਉਹਨਾਂ ਦਾ ਮਾਸ ਨੋਚਦੇ ਨੇ ਉਹਨਾਂ ਨੂੰ ਦੌੜਾਉਣ ਦੀ ਕੋਸ਼ਿਸ਼ ਕਰਦੇ ਨੇ। ਭਾਵ ਇੰਨੇ ਜ਼ਿਆਦਾ ਕੁਝ ਤੁਰਕ ਫੱਟੜ ਨੇ ਕਿ ਉਹਨਾਂ ਤੋਂ ਹਿੱਲਿਆ ਜੁਲਿਆ ਨਹੀਂ ਜਾ ਰਿਹਾ, ਉੱਠ ਕੇ ਆਪਣਾ ਆਪਾ ਜਿਹੜਾ ਬਚਾਇਆ ਨਹੀਂ ਜਾ ਰਿਹਾ। ਕੋਈ ਪਾਣੀ ਲਈ ਤਰਸਦਾ ਹੈ, ਕੋਈ ਜਾਨ ਦੇ, ਕੋਈ ਸਵਾਸਾਂ ਲਈ ਤਰਸ ਰਿਹਾ ਹੈ। ਪੁਰ ਮਹਿ ਜਹ ਕਹਿ ਨਰ ਮਿਲ ਬੈਸੇ। ਸੋ ਇਸ ਤਰ੍ਹਾਂ ਪੂਰੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਜਿੱਥੇ ਕਿੱਥੇ ਕੋਈ ਗੁਰੂ ਕੇ ਪਰਿਵਾਰ ਦੇ ਜੀ, ਗੁਰਸਿੱਖ ਜਾਂ ਹੋਰ ਨਗਰ ਨਿਵਾਸੀ ਮਿਲ ਜੁਲ ਕੇ ਬੈਠੇ ਸਨ। ਬਿਤੀ ਜਥਾ ਬਾਤਨ ਕਰ ਤੈਸੇ। ਤੇ ਸਾਰੇ ਇਹ ਜਿਹੜਾ ਸਾਰਾ ਜੰਗ ਹੋਇਆ ਨਾ, ਆਪਸ ਵਿੱਚ ਬਹਿ ਕੇ ਇਹ ਜੰਗ ਦੀਆਂ ਬਾਤਾਂ ਹੀ ਕਰਨ ਲੱਗੇ ਹਨ। ਅਸੰਗਰ ਨੇ ਪਇਓ ਕਦਾਈ। ਸਾਰੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜੰਗ ਤਾਂ ਬੜੇ ਵੇਖੇ ਨੇ ਅੱਜ ਤੱਕ, ਸੰਸਾਰ ਦੇ ਵਿੱਚ ਵੀ ਵੇਖੇ ਨੇ, ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਹੁਣ ਤੱਕ 3 ਜੰਗ ਲੜੇ ਨੇ, ਸੋ ਬੜੇ ਜੰਗ ਵੇਖੇ ਨੇ ਆਪਾਂ, ਪਰ ਇਸ ਤਰ੍ਹਾਂ ਦਾ ਮਹਾਨ ਜੰਗ ਅੱਜ ਤੱਕ ਨਹੀਂ ਵੇਖਿਆ ਹੈ। ਪੰਜ ਪਹਿਰ ਮੈਂ ਦਲ ਸਮੁਦਾਈ। ਕੇਵਲ 5 ਪਹਿਰਾਂ ਦੇ ਵਿੱਚ ਹੀ, ਕਿਉਂਕਿ ਜਦੋਂ ਜੰਗ ਦੀ ਪ੍ਰਾਰੰਭਤਾ ਹੋਈ ਸੀ ਤਾਂ ਇਹ ਤੁਰਕੀ ਫੌਜਾਂ ਜਿਹੜੀਆਂ ਨੇ ਅੱਧੀ ਰਾਤ ਤੋਂ ਬਾਅਦ ਇਹਨਾਂ ਨੇ ਇਹ ਸੋਚਿਆ ਸੀ ਕਿ ਬਸ ਅੱਧੀ ਰਾਤ ਤੋਂ ਬਾਅਦ ਅਸੀਂ ਜਾ ਕੇ ਹਮਲਾ ਕਰ ਦੇਣਾ। ਤੇ ਪੈਂਦੇ ਖਾਂ ਕਹਿੰਦਾ ਸੀ ਕਿ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਆਪਣਾ ਨਿਤਨੇਮ ਕਰਕੇ ਜਦੋਂ ਬਾਹਰ ਨਿਕਲਦੇ ਨੇ, ਮੈਂ ਉੱਥੇ ਤੱਕ ਪਹੁੰਚ ਜਾਵਾਂਗਾ ਤੇ ਮੈਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਜੱਫਾ ਮਾਰ ਲਵਾਂਗਾ। ਭਾਵੇਂ ਨਾ ਅੰਮ੍ਰਿਤ ਵੇਲੇ ਹੀ ਜੰਗ ਆਰੰਭ ਕਰ ਦਿੱਤਾ ਸੀਗਾ। ਇਸ ਤਰ੍ਹਾਂ 5 ਪਹਿਰ, 4 ਦਿਨ ਦੇ ਪਹਿਰ, ਇੱਕ ਰਾਤ ਦਾ ਅਖੀਰਲਾ ਪਹਿਰ, ਤਾਂ 5 ਪਹਿਰਾਂ ਵਿੱਚ ਗੁਰਸਿੱਖ ਗੱਲਾਂ ਕਰਦੇ ਨੇ ਕਿ ਐਸਾ ਜੰਗ ਵੇਖਿਆ ਹੀ ਨਹੀਂ। 5 ਪਹਿਰਾਂ ਦੇ ਵਿੱਚ ਇੰਨਾ ਵੱਡਾ ਦਲ ਜਿਹੜਾ ਸੀ, ਕੋਈ 200-400 ਫੌਜ ਨਹੀਂ, ਲੱਖ ਦੇ ਆਸ-ਪਾਸ ਉਹਨਾਂ ਦੀ ਫੌਜ ਤੇ ਗੁਰਸਿੱਖਾਂ ਨੇ ਖਤਮ ਕਰ ਸੁੱਟੀ ਹੈ। ਦੋਨੋਂ ਦਿਸ ਤੇ ਲਰ ਲਰ ਮਰੇ। ਤੇ ਦੋਵੇਂ ਦਿਸ਼ਾਂ ਤੋਂ ਮਹਾਨ ਸੂਰਮੇ ਜਿਹੜੇ ਨੇ 5 ਪਹਿਰਾਂ ਦੇ ਵਿੱਚ ਹੀ ਲੜ ਲੜ ਕੇ ਸ਼ਹੀਦ ਹੋ ਗਏ, ਮਰ ਗਏ ਹਨ। ਸਤਿਗੁਰ ਬਿਨਾ ਕੌਣ ਅਸ ਕਰੇ। ਤੇ ਸਾਰੇ ਬਾਤਾਂ ਕਰਦੇ ਕਹਿੰਦੇ ਗੁਰੂ ਤੋਂ ਬਿਨਾ ਭਲਾ ਇੰਨਾ ਬਲੀ, ਇੰਨੀ ਸਮਰੱਥਾ ਵਾਲਾ ਕੌਣ ਹੈ ਜੋ ਐਡਾ ਵੱਡਾ ਜੰਗ ਕੇਵਲ 5 ਪਹਿਰਾਂ ਵਿੱਚ ਮੁਕਾ ਕੇ ਰੱਖ ਦੇਵੇਗਾ। ਕਈ ਮਾਸ ਲੋ ਮਾਸ ਰਹੇ ਹੈ। ਜਿੱਥੋਂ ਤੱਕ ਨਿਗਾਹ ਵੱਜਦੀ ਹੈ ਬਸ ਮਾਸ ਹੀ ਮਾਸ, ਸਰੀਰਾਂ ਦੇ ਟੁਕੜੇ ਹੀ ਟੁਕੜੇ ਦਿਸਦੇ ਨੇ ਤੇ ਆਪਸ 'ਚ ਗੱਲਾਂ ਬਾਤਾਂ ਕਰ ਰਹੇ ਨੇ। ਕਹਿੰਦੇ ਇਹ ਜਿਸ ਹਿਸਾਬ ਦੇ ਨਾਲ ਇਹ ਮਰੇ ਨੇ ਤੁਰਕ, ਇੱਥੇ ਤੱਕ ਕਈ ਮਹੀਨਿਆਂ ਤੱਕ ਮਾਸ ਹੀ ਮਾਸ ਜਿਹੜਾ ਉਹ ਇੱਥੇ ਰੁਲਦਾ ਫਿਰੇਗਾ। ਅਸਥੀ ਬ੍ਰਿੰਦ ਪਰੇ ਦ੍ਰਿਸ਼ਟ ਹੈ। ਤੇ ਸਾਰੇ ਪਾਸੇ ਕੇਵਲ ਹੱਡੀਆਂ
ਮਰੇ ਹੋਏ ਮਨੁੱਖਾਂ ਘੋੜਿਆਂ ਦੇ ਸਰੀਰ, ਕੱਟੇ ਹੋਏ ਅੰਗ ਜਿਹੜੇ ਨੇ ਉਹੀ ਬਿਖਰੇ ਪਏ ਦਿਸ ਰਹੇ ਹਨ। ਮਨ ਸਤਿਗੁਰ ਕੈ ਭਈ ਗਿਲਾਨ। ਜਦੋਂ ਇਹ ਸਾਰਾ ਕੁਝ ਹੁਣ ਹਜੂਰ ਪਾਤਸ਼ਾਹ ਜੀ ਨੇ ਵੀ ਨਿਗਾਹ ਮਾਰੀ ਕਿ ਬੜੀ ਦੂਰ ਤੱਕ ਕੇਵਲ ਸਰੀਰਾਂ ਦੇ ਟੁਕੜੇ, ਮਾਸ ਦੀਆਂ ਬੋਟੀਆਂ ਜੜੀਆਂ ਨੇ ਉਹ ਜ਼ਮੀਨ ਤੇ ਬਿਖਰੀਆਂ ਪਈਆਂ ਨੇ। ਹਜੂਰ ਪਾਤਸ਼ਾਹ ਜੀ ਦੇ ਮਨ ਵਿੱਚ ਗਿਲਾਨੀ ਆਈ ਹੈ। ਗਿਲਾਨੀ ਉਹ ਨਹੀਂ ਜਿਹੜੀ ਆਪਾਂ ਕਿਸੇ ਨੂੰ ਵੇਖ ਕੇ ਕਰਦੇ ਹਾਂ, ਭਾਵ ਇੱਥੇ ਇੱਕ ਥੋੜ੍ਹਾ ਜਿਹਾ ਸੰਸਾਰ ਦੀ ਸਫਾਈ ਨੂੰ ਲੈ ਕਰਕੇ ਜਾਂ ਆਉਣ ਵਾਲੇ ਸਮੇਂ ਨੂੰ ਭਖਦਿਆਂ ਹੋਇਆਂ ਹਜੂਰ ਪਾਤਸ਼ਾਹ ਮਨ ਵਿਚਾਰਨ ਲੱਗੇ ਹਨ, ਬਹੁ ਬਦਬੋਏ ਪ੍ਰਾਤ ਲੋ ਠਾਨ। ਕਿ ਜੇ ਇਹ ਸਾਰੇ ਸਰੀਰ ਜਿਹੜੇ ਨੇ ਇਹਨਾਂ ਦੀ ਹੁਣੇ ਕੋਈ ਸਾਂਭ ਸੰਭਾਲ ਨਾ ਕੀਤੀ ਗਈ ਤੇ ਸਵੇਰ ਤੱਕ ਤਾਂ, ਕਿਉਂਕਿ ਮਰੇ ਸਰੀਰ ਨੂੰ ਅੱਜ ਵੀ ਆਪਾਂ ਜਦੋਂ ਕੋਈ ਪੁਰਾਣੀ ਸੰਸਾਰ ਤੋਂ ਚੜ੍ਹਾਈ ਕਰਦਾ ਹੈ ਤੇ ਆਪਾਂ ਜਾਂ ਤਾਂ ਕੋਸ਼ਿਸ਼ ਕਰਦੇ ਹਾਂ ਜਲਦੀ ਸੰਸਕਾਰ ਹੋ ਜਾਵੇ, ਜਾਂ ਫਿਰ ਆਪਾਂ ਉਹਨੂੰ ਡੀਪ ਫ੍ਰਿਜ ਦੇ ਵਿੱਚ ਲਾਉਂਦੇ ਹਾਂ, ਬਰਫ਼ ਲਾਉਂਦੇ, ਕਾਰਨ ਸਵੇਰ ਤੱਕ ਸਰੀਰ ਜਿਹੜਾ ਬਦਬੂ ਮਾਰ ਜਾਏਗਾ। ਹੁਣ ਇੰਨੇ ਸਰੀਰ ਇੱਥੇ ਬਿਖਰੇ ਨੇ। ਹਜੂਰ ਪਾਤਸ਼ਾਹ ਜੀ ਨੇ ਦੇਖਿਆ ਕਿ ਸਵੇਰ ਤੱਕ ਤਾਂ ਇੱਥੇ ਸਾਰੇ ਨਗਰ ਦੇ ਵਿੱਚ ਇਹਨਾਂ ਸਰੀਰਾਂ ਦੀ ਬਦਬੂ ਫੈਲ ਜਾਵੇਗੀ। ਰਹਿਓ ਨ ਜਾਏ ਨਗਰ ਕੇ ਮਾਹੀ। ਸੋ ਇਸ ਤਰ੍ਹਾਂ ਤਾਂ ਨਗਰ ਦੇ ਵਿੱਚ ਰਿਹਾ ਹੀ ਨਹੀਂ ਜਾਏਗਾ। ਨਾ ਸਾਡੇ ਤੋਂ ਰਿਹਾ ਜਾਣਾ ਹੈ, ਨਾ ਇਸ ਨਗਰ ਨਿਵਾਸੀਆਂ ਤੋਂ ਰਿਹਾ ਜਾਣਾ ਹੈ, ਜਾਂ ਨਗਰ ਦੇ ਆਸ-ਪਾਸ ਦੇ ਜਿਹੜੇ ਇਲਾਕੇ ਨੇ, ਹਵਾ ਤੇ ਉੱਥੋਂ ਤੱਕ ਵੀ ਜਾਏਗੀ ਨਾ ਬਦਬੂ ਦੀ, ਉਹਨਾਂ ਦੇ ਵਿੱਚ ਵੀ ਬਿਮਾਰੀ ਫੈਲੇਗੀ, ਉਹਨਾਂ ਤੋਂ ਵੀ ਰਿਹਾ ਨਹੀਂ ਜਾਵੇਗਾ। ਕੁਛ ਉਪਾਏ ਇਸ ਕੋ ਹੋਏ ਨਾਹੀ। ਤੇ ਇਹਦਾ ਜਲਦੀ ਹੀ ਕੋਈ ਉਪਾਅ ਜਿਹੜਾ ਉਹ ਕਰ ਲੈਣਾ ਚਾਹੀਦਾ, ਨਹੀਂ ਤਾਂ ਪ੍ਰਾਂਤ ਇਹਦਾ ਕੋਈ ਉਪਾਅ ਜਿਹੜਾ ਉਹ ਨਹੀਂ ਹੋਏਗਾ। ਜੇ ਬਿਮਾਰੀ ਫੈਲ ਜਾਏਗੀ ਇਹਦਾ ਉਪਾਅ ਕਰਨਾ ਜਿਹੜਾ ਮੁਸ਼ਕਲ ਹੋ ਜਾਏਗਾ। ਫਿਰ ਦੂਜੇ ਪੱਖ ਵਿੱਚ ਦੇਖੀਏ ਤਾਂ ਇਹਦਾ ਇਹ ਵੀ ਇਸ਼ਾਰਾ, ਇੰਨੀ ਵੱਡੀ ਗਿਣਤੀ ਵਿੱਚ ਇਹ ਲੋਥਾਂ ਬਿਖਰੀਆਂ ਨੇ, ਇਹਦਾ ਕੋਈ ਬਹੁਤਾ ਜਲਦੀ ਉਪਾਅ ਜਿਹੜਾ ਉਹ ਨਹੀਂ ਹੋ ਪਾਏਗਾ, ਪਰ ਕਰਨਾ ਪਵੇਗਾ। ਪਰ ਇੱਥੇ ਹਜੂਰ ਪਾਤਸ਼ਾਹ ਜੀ ਜਿਹੜਾ ਇੱਕ ਇਸ਼ਾਰਾ ਦਿੰਦੇ ਨੇ, ਭਾਵ ਕਹਿਣ ਦਾ ਪਾਤਸ਼ਾਹ ਜੀ ਦਾ ਕਿ ਅਸੀਂ ਜੰਗ ਜਿੱਤ ਚੁੱਕੇ ਹਾਂ, ਪਰ ਇਹ ਨਹੀਂ ਕਿ ਜਿੱਤ ਗਏ ਹਾਂ, ਅਸੀਂ ਚੱਲੇ ਹਾਂ, ਹੁਣ ਮਗਰ ਜੋ ਹੁੰਦਾ ਲੋਕਾਂ ਨਾਲ ਦੇਖੀ ਜਾਏਗੀ, ਐਸਾ ਇਸ਼ਾਰਾ ਨਹੀਂ ਹੈ। ਪਾਤਸ਼ਾਹ ਜੀ ਇਹ ਚਾਹੁੰਦੇ ਨੇ ਸਾਡੇ ਜਾਣ ਤੋਂ ਬਾਅਦ ਜਿਹੜੇ ਲੋਕ ਇੱਥੇ ਵਸਣਗੇ, ਆਸੇ-ਪਾਸੇ ਦੇ ਨਗਰ ਨਿਵਾਸੀ ਨੇ, ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਤੇ ਗੁਰੂ ਸਾਹਿਬ ਦਾ ਵੀ ਸੁਭਾਅ ਰਿਹਾ, ਤੇ ਬੇਨਤੀ ਕਰਾਂ ਅੱਜ ਵੀ ਗੁਰਸਿੱਖਾਂ ਦਾ ਸੁਭਾਅ ਹੈ। ਆਪਾਂ ਦੇਖਦੇ ਹਾਂ ਕੁਝ ਦਿਨ ਪਹਿਲਾਂ ਜਦੋਂ ਦਿੱਲੀ ਮੋਰਚਾ ਫਤਿਹ ਹੋਇਆ ਤੇ ਬੜਾ ਫਖਰ ਮਹਿਸੂਸ ਹੁੰਦਾ ਹੈ ਗੁਰਸਿੱਖਾਂ ਤੇ, ਕਿ ਜਦੋਂ ਉੱਥੋਂ ਘਰਾਂ ਨੂੰ ਪਰਤੇ ਨੇ, ਤੇ ਇਹ ਨਹੀਂ ਕਿ ਅਸੀਂ ਇੱਥੇ 1 ਸਾਲ ਰਹੇ ਹਾਂ, ਅਸੀਂ ਆਪਣੇ ਟੈਂਟ ਤੰਬੂ ਪੁੱਟ ਲਏ ਨੇ, ਹੁਣ ਮਗਰ ਜੋ ਹੋਊ ਦੇਖੀ ਜਾਊਗੀ। ਗੁਰਸਿੱਖ ਇੱਕ ਇੱਕ ਚੀਜ਼ ਉੱਥੋਂ ਸਫਾਈ ਕਰਕੇ ਆਏ ਨੇ, ਤਾਂ ਕਿ ਕੱਲ੍ਹ ਨੂੰ ਕੋਈ ਇਹ ਨਾ ਕਵੇ ਕਿ 1 ਸਾਲ ਇੱਥੇ ਕਿਸਾਨ ਬੈਠੇ ਰਹੇ, ਗੁਰਸਿੱਖ ਸਰਦਾਰ ਬੈਠੇ ਰਹੇ ਤੇ ਆਹ ਹਾਲ ਕਰਕੇ ਗਏ, ਮਗਰੋਂ ਇੰਨੀ ਗੰਦਗੀ ਫੈਲ ਗਈ, ਸਾਨੂੰ ਬਿਮਾਰੀਆਂ ਲੱਗ ਗਈਆਂ। ਬਿਲਕੁਲ ਨਹੀਂ, ਐਨ ਚੰਗੀ ਤਰ੍ਹਾਂ ਉੱਥੋਂ ਦੀਆਂ ਸੜਕਾਂ ਧੋ ਕੇ ਤੱਕ ਆਏ ਨੇ ਕਿ ਕੋਈ ਦੁਨੀਆ ਦਾ ਮਨੁੱਖ ਇਹ ਨਾ ਕਵੇ ਸਰਦਾਰ ਗੰਦ ਪਾ ਕੇ ਚਲੇ ਗਏ। ਤੇ ਇਹ ਗੁਰਸਿੱਖਾਂ ਦਾ ਸੁਭਾਅ ਹੈ। ਕਦੀ ਨਗਰ ਕੀਰਤਨ, ਦੁਨੀਆ ਤੇ ਬੜੀਆਂ ਝਾਕੀਆਂ ਨਿਕਲਦੀਆਂ ਨੇ, ਪਰ ਜਦੋਂ ਗੁਰੂ ਕੇ ਨਗਰ ਕੀਰਤਨ ਨਿਕਲਦੇ ਕਦੀ ਵੇਖੋ ਅੱਗੇ ਅੱਗੇ ਸੰਗਤ ਜਾ ਰਹੀ, ਮਗਰ ਮਗਰ ਸਫਾਈ ਵਾਲੇ ਹੁੰਦੇ ਨੇ। ਕਿ ਗੁਰਸਿੱਖ ਦਾ ਜੀਵਨ ਜਿਹੜਾ ਨਾ, ਉਹ ਬਾਣੀ ਪੜ੍ਹ ਕੇ ਅੰਦਰੋਂ ਮਨ ਦੀ ਸਫਾਈ ਕਰਦਾ ਹੈ। ਉੱਚੇ ਕਰੈਕਟਰ ਦੇ ਨਾਲ ਗੁਰਸਿੱਖ ਜਿਹੜਾ ਸੰਸਾਰ ਦੇ ਵਿੱਚੋਂ ਵਿਕਾਰਾਂ ਦੀ ਸਫਾਈ ਕਰਦਾ ਹੈ, ਤੇ ਆਪਣੇ ਹੱਥਾਂ ਦੇ ਨਾਲ ਗੁਰੂ ਦੀ ਦਿੱਤੀ ਸਿੱਖਿਆ ਦੇ ਨਾਲ ਸੰਸਾਰ ਦੀ ਸਫਾਈ ਕਰਦਾ ਹੈ। ਸੋ ਇਹ ਗੁਰੂ ਹਰਗੋਬਿੰਦ ਮਹਾਰਾਜ ਜੀ ਵੀ ਸਾਨੂੰ ਸਿਖਾਉਂਦੇ ਨੇ। ਪਾਤਸ਼ਾਹ ਕਹਿੰਦੇ ਇਹ ਬਾਅਦ ਵਿੱਚ ਇਹਦਾ ਕੋਈ ਬੰਦੋਬਸਤ ਨਹੀਂ ਹੋ ਸਕੇਗਾ। ਇੱਕ ਤਾਂ ਇਹੋ ਕਾਰਨ ਮਨ ਜਾਣਾ। ਹਜ਼ੂਰ ਪਾਤਸ਼ਾਹ ਜੀ ਨੇ ਇੱਕ ਇਹ ਵੀ ਕਾਰਨ ਜਾਣਿਆ ਹੈ ਕਿ ਇਹ ਬਹੁਤ ਵੱਡਾ ਕਾਰਜ ਹੈ, ਇਹ ਗੁਰਸਿੱਖਾਂ ਨੂੰ ਸੌਂਪਿਆ ਜਾਏਗਾ, ਪਰ ਬਾਕੀ ਇਹ ਹੈ ਕਿ ਇਹ ਇੰਨੀ ਜਲਦੀ ਹੋਣ ਵਾਲਾ ਨਹੀਂ, ਸਮੇਂ ਦੇ ਨਾਲ ਇਹ ਹੋਏਗਾ, ਪਰ ਉਸ ਤੋਂ ਪਹਿਲਾਂ ਇਹਦਾ ਕੋਈ ਨਾ ਕੋਈ ਨੁਕਸਾਨ ਹੋ ਜਾਏਗਾ। ਸੋ ਇੱਕ ਇਹ ਵੀ ਕਾਰਨ ਹਜ਼ੂਰ ਪਾਤਸ਼ਾਹ ਨੇ ਮਨ ਵਿੱਚ ਜਾਣਿਆ। ਦੁਤੀਏ ਬੁੱਢਣ ਸਾਹੋ ਪਛਾਨਾ। ਤੇ ਦੂਸਰਾ ਕਾਰਨ ਬੁੱਢਣ ਸ਼ਾਹ ਜੀ, ਜੋ ਕਦੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਮਿਲਾਪ ਹੁੰਦਾ ਹੈ, ਤੇ ਉਹਨਾਂ ਨੇ ਦੁੱਧ ਰੱਖਿਆ ਸੀ ਤੇ ਮਹਾਰਾਜ ਨੇ ਕਿਹਾ ਸੀ ਨਹੀਂ ਹੁਣ ਨਹੀਂ, 6ਵੇਂ ਜਾਮੇ ਦੇ ਵਿੱਚ ਆ ਕੇ ਛਕਾਂਗੇ। ਤਾਂ ਉਹ ਜਿਹੜਾ ਕਾਰਨ ਵੀ ਗੁਰੂ ਹਰਗੋਬਿੰਦ ਮਹਾਰਾਜ ਨੇ ਮਨ ਵਿੱਚ ਵਿਚਾਰਿਆ। ਅੰਤ ਸਮਾਂ ਪਹੁੰਚਿਓ ਤਿਸ ਆਈ। ਇੱਕ ਤਾਂ ਉਹਦਾ ਅੰਤ ਸਮਾਂ ਵੀ ਪਹੁੰਚ ਗਿਆ, ਤੇ ਜੋ ਉਹਦੇ ਨਾਲ ਬਚਨ ਕੀਤਾ ਹੈ ਉਹ ਬਚਨ ਵੀ ਨਿਭਾਉਣਾ ਹੈ। ਦਰਸ਼ਨ ਚਾਹਤ ਬੈਸ ਬਿਤਾਈ। ਤੇ ਉਹ ਦਿਨ ਰਾਤ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਉਡੀਕ ਦੇ ਵਿੱਚ ਹੀ ਉਹਨੇ ਸਾਰੀ ਉਮਰ ਜਿਹੜੀ ਸੀ ਇਸ ਤਰ੍ਹਾਂ ਬਤੀਤ ਕਰ ਦਿੱਤੀ ਹੈ। ਤਿਸ ਕੀ ਆਸਾ ਪੂਰਨ ਹੇਤ। ਹੁਣ ਦੂਜਾ ਬੁੱਢਣ ਸ਼ਾਹ ਜੀ ਦੀ ਆਸਾ ਵੀ ਜਿਹੜੀ ਹੈ, ਉਹਦੀ ਮਨਸਾ ਜਿਹੜੀ ਹੈ, ਭਾਵਨਾ ਜਿਹੜੀ ਹੈ, ਉਹ ਵੀ ਪੂਰੀ ਕਰਨੀ ਹੈ। ਚੜ੍ਹਨ ਚਹਿਓ ਗੁਰ ਕਿਰਪਾ ਨਿਕੇਤ। ਇਸ ਕਰਕੇ ਕਿਰਪਾ ਦੇ ਘਰ
ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਹੁਣ ਜਲਦੀ ਇੱਥੋਂ ਕੂਚ ਕਰਨਾ ਚਾਹੁੰਦੇ ਹਨ। ਤ੍ਰਿਤੀਏ ਜੇਤਿਕ ਗ੍ਰਾਮ ਸਮੀਪ। ਤੇ ਤੀਜਾ ਇੱਕ ਹੋਰ ਕਾਰਨ ਬਣਦਾ ਹੈ, ਉਹ ਇਹ ਹੈ ਕਿ ਜਿਹੜੇ ਨੇੜੇ ਨੇੜੇ ਦੇ ਨਗਰ ਜੋ ਬਿਲਕੁਲ ਕਰਤਾਰਪੁਰ ਦੇ ਨੇੜੇ ਹਨ, ਉਤੇ ਹਜ਼ਾਰੋਂ ਥਾਨ ਮਹੀਪ। ਉਹਨਾਂ ਸਾਰਿਆਂ ਦੇ ਵਿੱਚ ਹਜ਼ਾਰਾਂ ਥਾਵਾਂ ਤੇ ਵਸਣ ਵਾਲੇ ਜਿਹੜੇ ਤੁਰਕ ਹਨ, ਲੜਤ ਜੰਗ ਮੈਂ ਸੋ ਸਭ ਮਾਰੇ। ਉਹਨਾਂ ਦੇ ਜਿਹੜੇ ਕੁਝ ਰਾਜੇ ਜਾਂ ਕਬੀਲਿਆਂ ਦੇ ਜਿਹੜੇ ਸਰਦਾਰ ਸਨ, ਉਹ ਸਾਰੇ ਇਸ ਜੰਗ ਦੇ ਵਿੱਚ ਮਾਰੇ ਗਏ ਹਨ। ਸੰਬੰਧੀ ਤਿਨ ਕੇਰ ਪਿਛਾਰੇ। ਤੇ ਉਹਨਾਂ ਦੇ ਸੰਬੰਧੀ ਜਿਹੜੇ ਨੇ ਉਹ ਪਿੱਛੇ ਰਹਿ ਗਏ ਨੇ। ਜਿਵੇਂ ਛੋਟੇ ਮੀਰ ਗ੍ਰਾਮ ਪੈਂਦੇ ਖਾਂ ਹੈ, ਇਹਦੇ ਫਿਰ ਸੰਬੰਧੀ ਸਨ। ਹੁਣ ਮਰਦ ਜਿਹੜੇ ਨੇ ਉਹ ਤਾਂ ਜੰਗ 'ਚ ਮਾਰੇ ਗਏ, ਪਰ ਪਿੱਛੇ ਉਹਨਾਂ ਦੇ ਬੱਚੇ, ਉਹਨਾਂ ਦੀਆਂ ਇਸਤਰੀਆਂ ਧੀਆਂ ਜਾਂ ਹੋਰ ਬਜ਼ੁਰਗ ਜਿਹੜੇ ਨੇ ਘਰਾਂ 'ਚ ਰਹਿ ਗਏ ਨੇ, ਜਾਂ ਦੂਰ ਨੇੜੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਜਿਹੜੀਆਂ ਨੇ ਉਹ ਸਾਰੇ ਹਾਲੇ ਬਾਕੀ ਹਨ। ਰਚੈ ਦ્વੈਸ ਬਲ ਛਲ ਕੇ ਸੰਗ। ਜੇ ਅਸੀਂ ਹੁਣ ਇੱਥੇ ਜ਼ਿਆਦਾ ਸਮਾਂ ਰਹਾਂਗੇ ਤਾਂ ਸਾਡੇ ਨਾਲ ਦਵੈਸ਼ ਕਰਨਗੇ, ਉਹ ਛਲ ਵੀ ਕਰਨਗੇ, ਉਹ ਆਪਣਾ ਬਲ ਵੀ ਵਿਖਾਉਣਗੇ, ਉਹ ਨੀਤੀਆਂ ਅਨੀਤੀਆਂ ਵੀ ਵਰਤਣਗੇ। ਮਰੇ ਬ੍ਰਿੰਦ ਤੇ ਹੋਏ ਮਨ ਭੰਗ। ਤੇ ਵਰਤਨ ਵੀ ਕਿਉਂ ਨਾ, ਕਿਉਂਕਿ ਉਹਨਾਂ ਦੇ ਬੜੇ ਵੱਡੇ ਸਮੂਹ ਵਿੱਚ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਹਨ, ਕਿਸੇ ਦਾ ਭਰਾ, ਕਿਸੇ ਦਾ ਪਤੀ, ਕਿਸੇ ਦਾ ਪੁੱਤ, ਕਿਸੇ ਦਾ ਚਾਚਾ, ਕਿਸੇ ਦਾ ਤਾਇਆ, ਇਸ ਜੰਗ ਦੇ ਵਿੱਚ ਮਾਰੇ ਗਏ ਹਨ। ਇਤਿਆਦਿਕ ਕਾਰਨ ਕੁਛ ਔਰ। ਸੋ ਇਹ ਇਸ ਤਰ੍ਹਾਂ ਦੇ ਹੋਰ ਵੀ ਕੁਝ ਕਾਰਨ ਹਨ। ਇੱਕ ਤਾਂ ਇਹ ਕਿਉਂਕਿ ਇੱਕ ਜੰਗ ਤੇ ਜਿੱਤ ਲਿਆ, ਹੁਣ ਇਹ ਨਾ ਹੋਵੇ ਕਿ ਤੋ ਸੰਬੰਧੀ ਇਕੱਠੇ ਹੋ ਕੇ ਆ ਜਾਣ ਫਿਰ ਜੰਗ ਸ਼ੁਰੂ ਹੋ ਜਾਵੇ। ਇਹ ਨਹੀਂ ਕਿ ਗੁਰੂ ਨੂੰ ਜੰਗ ਤੋਂ ਕੋਈ ਭੈ, ਕੋਈ ਡਰ, ਕੋਈ ਖੌਫ ਹੈ, ਪਰ ਗੁਰੂ ਸਾਹਿਬ ਨਹੀਂ ਚਾਹੁੰਦੇ ਕਿ ਦੁਬਾਰਾ ਫਿਰ ਇਸ ਤਰ੍ਹਾਂ ਇਹ ਜੰਗ ਹੋਵੇ, ਕਿਉਂਕਿ ਉਹ ਲੋਕ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਉਹ ਫਿਰ ਵਿਰੋਧ ਕਰਨਗੇ, ਤਾਂ ਕਈ ਦਾਅ ਚੱਲਣਗੇ, ਕਈ ਨੀਤੀਆਂ ਅਨੀਤੀਆਂ ਵਰਤਣਗੇ। ਸੋ ਜੰਗ ਜਿੱਤ ਲਿਆ, ਹੁਣ ਇੱਥੋਂ ਕੂਚ ਕਰ ਜਾਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਦੇ ਹੋਰ ਵੀ ਕਈ ਕਾਰਨ ਵੇਖ ਕਰਕੇ ਚਿਤਵਤ ਭੇ ਸੋਢੀ ਸਿਰਮੌਰ। ਇਸ ਤਰ੍ਹਾਂ ਸੋਢੀ ਸਿਰਮੌਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚਿਤਵਤ ਇਸ ਤਰ੍ਹਾਂ ਸੋਚਣ ਵਿਚਾਰਨ ਲੱਗੇ। ਵਿਧੀ ਚੰਦ ਕੋ ਨਿਕਟ ਹਕਾਰਾ। ਤੇ ਸਾਹਿਬ ਜੀ ਨੇ ਭਾਈ ਵਿਧੀ ਚੰਦ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ, ਸੱਦਿਆ ਹੈ। ਕਹਤ ਪਏ ਹਮ ਕਿਨਸ ਤਿਆਰਾ। ਤੇ ਕਹਿੰਦੇ ਭਾਈ ਵਿਧੀ ਚੰਦ ਸਾਹਿਬ ਜੀ, ਅਸੀਂ ਮਨ 'ਚ ਹੁਣ ਇਹ ਵਿਚਾਰ ਕੀਤੀ ਹੈ, ਤੇ ਵਿਚਾਰ ਕੀ ਹੈ, ਹਮ ਕੀਨਸ ਤਿਆਰਾ, ਕਿ ਅਸੀਂ ਹੁਣ ਕਰਤਾਰਪੁਰ ਸਾਹਿਬ ਤੋਂ ਚਾਲੇ ਮਾਰਨ ਦੀ ਤਿਆਰੀ ਕਰ ਲਈ ਹੈ। ਕੀਰਤਪੁਰ ਮੈਂ ਪਹੁੰਚੇ ਜਾਈ। ਤੇ ਮਹਾਰਾਜ ਜਾਓਗੇ ਫਿਰ ਕਿੱਥੇ? ਤਾਂ ਪਾਤਸ਼ਾਹ ਕਹਿੰਦੇ ਅਸੀਂ ਹੁਣ ਸਿੱਧਾ ਸ੍ਰੀ ਕੀਰਤਪੁਰ ਸਾਹਿਬ ਜਾਵਾਂਗੇ। ਜਾਹੋ ਸਦਨ ਤੂੰ ਬਿਲਮ ਬਿਹਾਈ। ਤੁਸੀਂ ਇੰਜ ਕਰੋ, ਤੁਸੀਂ ਸਾਡੇ ਗ੍ਰਹਿ ਜਾਓ, ਭਾਵ ਸਾਡੇ ਮਹਿਲਾਂ ਵਿੱਚ ਜਾਓ, ਤੇ ਜਾ ਕਰਕੇ ਇੰਜ ਸੁਨੇਹਾ ਦੇਣਾ ਕਰੋ। ਸਿਅੰਦਨ ਡੋਰੇ ਤਿਆਰ ਕਰੀਜੈ। ਕਿ ਸਿਅੰਦਨ ਡੋਰੇ, ਪਾਲਕੀਆਂ, ਡੋਲੇ ਜਿਹੜੇ ਹਨ, ਫਿਰ ਜੋ ਗੱਡੇ ਆਦਿਕ ਹਨ ਜਿਨ੍ਹਾਂ ਤੇ ਸਮਾਨ ਲੱਦਿਆ ਜਾਣਾ, ਉਹ ਸਾਰੀ ਤਿਆਰੀ ਕਰਵਾਉਣੀ ਕਰੋ। ਬਹਿਲਨ ਵਸਤ ਸਕਟ ਪਰ ਲੀਜੈ। ਤੇ ਸਾਡੇ ਮਹਿਲ ਜਿਹੜੇ ਹਨ ਉਹਨਾਂ ਨੂੰ ਕਹੋ ਕਿ ਆਪਣਾ ਸਮਾਨ ਜਿਹੜਾ ਉਹ ਛੱਕੜਿਆਂ ਗੱਡਿਆਂ ਤੇ ਰੱਖ ਲੈਣਾ ਕਰੋ। ਕਰੋ ਨਾ ਲਾਲਚ ਪ੍ਰੇਮਥ ਲੀਜੈ। ਤੇ ਭਾਈ ਵਿਧੀ ਚੰਦ ਸਾਹਿਬ ਜੀ ਨੂੰ ਕਿਹਾ ਸਾਰਾ ਸਮਾਨ ਇਕੱਠਾ ਕਰਵਾ ਲਓ, ਆਪਾਂ ਚਾਲੇ ਮਾਰਨੇ ਨੇ, ਪਰ ਬਹੁਤਾ ਜ਼ਿਆਦਾ ਕਿਸੇ ਚੀਜ਼ ਦੇ ਨਾਲ ਮੋਹ ਨਹੀਂ ਕਰਨਾ। ਸਾਹਿਬ ਕਹਿੰਦੇ ਨੇ ਜਿਹੜੀਆਂ ਕੁਝ ਜ਼ਰੂਰੀ ਵਸਤੂਆਂ ਹਨ ਉਹ ਰੱਖ ਲੈਣਾ। ਪ੍ਰੇਵਥ ਲੀਜੈ, ਕਰੋ ਨਾ ਲਾਲਚ। ਜਿਹੜੀਆਂ ਬਹੁਤ ਲੋੜੀਂਦੀਆਂ ਵਸਤੂਆਂ ਨੇ ਉਹ ਰੱਖ ਲਓ, ਤੇ ਬਾਕੀ ਚੀਜ਼ਾਂ ਦਾ ਬਹੁਤਾ ਲਾਲਚ ਨਹੀਂ ਕਰਨਾ ਵੀ ਆਹ ਵੀ ਚੁੱਕ ਲਈਏ, ਆਹ ਵੀ ਚੁੱਕ ਲਈਏ। ਸਾਹਿਬ ਕਹਿੰਦੇ ਉਹ ਸਾਰਾ ਸਮਾਨ ਜਿਹੜਾ ਜਿਉਂਦਾ ਤਿਉਂ ਛੱਡ ਦੇਣਾ ਕਰੋ। ਅਪਰ ਸਰਬ ਹੀ ਤਿਆਗਨ ਕੀਜੈ। ਬਾਕੀ ਸਾਰੀਆਂ ਵਸਤੂਆਂ ਜਿਹੜੀਆਂ ਨੇ ਉਹ ਤਿਆਗ ਦਿਓ। ਜ਼ਰੂਰੀ ਵਸਤਾਂ ਲੈ ਲਓ, ਬਾਕੀ ਅਗਾਂਹ ਫਿਰ ਬਣ ਜਾਣਗੀਆਂ। ਇਹ ਗੁਰਸਿੱਖਾਂ ਦਾ ਸੁਭਾਅ ਵੀ ਹੁੰਦਾ ਕਈ ਵਾਰ ਕਿ ਤੁਰਨ ਲੱਗਿਆਂ ਬੜਾ ਕੁਛ ਜਿਹੜਾ ਆਪਾਂ ਦੇਖਿਆ ਹੀ ਹੈ, ਸਾਡੇ ਕਿਸਾਨ ਭਰਾਵਾਂ ਗੁਰਸਿੱਖਾਂ ਨੇ ਤੁਰਨ ਲੱਗਿਆਂ ਜੋ ਕਿਸੇ ਦੇ ਕੋਲ ਸਮਾਨ ਸੀ ਉੱਥੇ ਗਰੀਬਾਂ ਨੂੰ ਵੰਡ ਆਏ। ਕੋਈ ਕੂਲਰ ਦੇ ਆਇਆ, ਕੋਈ ਫਰਿੱਜਾਂ, ਕੋਈ ਕੱਪੜਾ, ਕੋਈ ਗੱਦੇ, ਕੋਈ ਕੰਬਲ, ਜੋ ਕਿਸੇ ਦੇ ਕੋਲ ਸੀ ਵੰਡ ਆਇਆ ਕਿ ਨਹੀਂ ਭਾਈ ਤੁਸੀਂ ਲੋੜਵੰਦ ਹੋ। ਪਰ ਆਮ ਮਨੁੱਖ ਦੀ ਆਦਤ ਕੀ ਹੁੰਦੀ ਕਿ ਅਸੀਂ ਉਹਨਾਂ ਦਾ ਵੀ ਕਿਤੇ ਚੁੱਕ ਕੇ ਲੈ ਜਾਈਏ, ਸਾਡਾ ਵਸ ਚੱਲੇ। ਤੇ ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਲੋੜੀਂਦੀਆਂ ਵਸਤਾਂ ਲੈ ਲਓ, ਬਾਕੀ ਇੱਥੇ ਛੱਡ ਦੇਣੀਆਂ ਕਰਿਓ। ਵਹਿਰ ਗੰਗ ਸਰ ਪਰ ਹਮ ਖਰੇ। ਤੇ ਸਾਹਿਬ ਕਹਿੰਦੇ ਅਸੀਂ ਬਾਹਰ ਖੜੇ ਹਾਂ, ਗੰਗਸਰ ਵਾਲੇ ਸਾਹਿਬ ਵਾਲੇ ਪਾਤਸ਼ਾਹ ਜੀ ਦਾ ਜਿਹੜਾ ਅਸਥਾਨ ਹੈ, ਸਾਹਿਬ ਕਹਿੰਦੇ ਉੱਥੇ ਖੜੇ ਹਾਂ,
ਤੇ ਤੁਸੀਂ ਪਰਿਵਾਰ ਨੂੰ ਸਾਰਿਆਂ ਨੂੰ ਲੈ ਕਰਕੇ ਪਹੁੰਚਣਾ ਕਰੋ। ਤੋਹੇ ਪ੍ਰਤੀਖੈ ਥਿਰਤਾ ਕਰੇ। ਤੇ ਭਾਈ ਬਿਧੀ ਚੰਦ ਸਾਹਿਬ ਜੀ, ਅਸੀਂ ਉੱਥੇ ਖੜੇ ਤੋਹੇ ਪ੍ਰਤੀਖਤ, ਤੁਹਾਡੀ ਪ੍ਰਤੀਖਿਆ ਕਰ ਰਹੇ ਹਾਂ, ਤੁਹਾਡੀ ਉਡੀਕ ਕਰ ਰਹੇ ਹਾਂ। ਜਥਾ ਜੋਗ ਦੀਜੈ ਅਸਵਾਰੀ। ਤੇ ਤੁਸੀਂ ਯਥਾ ਜੋਗ ਸਾਰਿਆਂ ਨੂੰ ਅਸਵਾਰੀ ਦੇਣੀ ਹੈ, ਭਾਵ ਯਥਾ ਜੋਗ ਸਾਰਿਆਂ ਦੇ ਚੱਲਣ ਦਾ ਪ੍ਰਬੰਧ ਕਰਕੇ ਆਉਣਾ ਹੈ। ਆਨੋ ਸੰਗ ਸਰਬ ਕਰ ਤਿਆਰੀ। ਤੇ ਸਾਰਿਆਂ ਨੂੰ ਤਿਆਰੀ ਕਰਵਾ ਕੇ ਨਾਲ ਲੈ ਕੇ ਆਉਣਾ ਹੈ। ਇਹ ਨਹੀਂ ਕਿ ਤੁਸੀਂ ਸੁਨੇਹਾ ਦੇ ਕੇ ਵਾਪਸ ਆ ਜਾਓ। ਸਾਰਿਆਂ ਨੂੰ ਯਥਾ ਜੋਗ, ਕਿਸੇ ਨੂੰ ਪਾਲਕੀ 'ਚ ਬਿਠਾਉਣਾ ਹੈ, ਕਿਸੇ ਨੂੰ ਘੋੜੇ 'ਤੇ ਸਵਾਰ ਕਰਨਾ ਹੈ, ਕਿਸੇ ਨੂੰ ਗੱਡਿਆਂ 'ਚ ਸਮਾਨ ਨਾਲ ਬਿਠਾਉਣਾ ਹੈ। ਇਹ ਸਾਰਾ ਪ੍ਰਬੰਧ ਕਰਕੇ ਤੁਸੀਂ ਨਾਲ ਨਾਲ ਚੱਲ ਕੇ ਆਉਣਾ ਹੈ। ਬਿਧੀ ਚੰਦ ਸੁਨ ਗਮਨਿਓ ਤੂਰਨ। ਸਤਿਗੁਰੂ ਪਾਤਸ਼ਾਹ ਦਾ ਹੁਕਮ ਪਾ ਕੇ ਭਾਈ ਬਿਧੀ ਚੰਦ ਸਾਹਿਬ ਜੀ ਤੁਰੰਤ ਚਾਲਾ ਮਾਰ ਦਿੱਤਾ ਨਗਰ ਵੱਲ ਨੂੰ। ਕਰਿਓ ਸੁਨਾਏ ਹੁਕਮ ਗੁਰ ਪੂਰਨ। ਤੇ ਜਾ ਕਰਕੇ ਗੁਰੂ ਸਾਹਿਬ ਦੇ ਪਰਿਵਾਰ ਨੂੰ, ਗੁਰਸਿੱਖਾਂ ਨੂੰ ਇਹ ਗੁਰੂ ਕਾ ਹੁਕਮ ਜਿਹੜਾ ਸੀ ਤੁਰੰਤ ਜਾ ਸੁਣਾ ਦਿੱਤਾ। ਦੋਹਰਾ ਸੁਨ ਮਰਵਾਹੀ ਨਾਨਕੀ, ਕਰ ਕੀ ਵਸਤ ਸੰਭਾਰ। ਜਦੋਂ ਹਜੂਰ ਦਾ ਹੁਕਮ ਸੁਣਾਇਆ ਕਿ ਗੁਰੂ ਸਾਹਿਬ ਨੇ ਕਿਹਾ ਆਪਾਂ ਜਲਦੀ ਇੱਥੋਂ ਚਾਲੇ ਮਾਰਨੇ ਨੇ, ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਮਹਿਲ ਸਤਿਕਾਰਯੋਗ ਮਾਤਾ ਮਰਵਾਹੀ ਜੀ, ਸਤਿਕਾਰਯੋਗ ਮਾਤਾ ਨਾਨਕੀ ਸਾਹਿਬ ਜੀ, ਬਿਧੀ ਚੰਦ ਕੇ ਹੱਥ ਕਰ ਲਾਦੀ ਸਕਟ ਮਝਾਰ। ਸਾਰੀਆਂ ਵਸਤੂਆਂ, ਘਰ ਦਾ ਸਮਾਨ ਜੋ ਜੋ ਜ਼ਰੂਰੀ ਲੋੜੀਂਦਾ ਸੀ, ਉਹ ਭਾਈ ਬਿਧੀ ਚੰਦ ਸਾਹਿਬ ਜੀ ਦੇ ਹੱਥ ਕਰ ਦਿੱਤਾ ਕਿ ਇਹੀ ਆਪਾਂ ਲੈ ਕੇ ਜਾਣਾ ਹੈ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਲੋੜੀਂਦੀਆਂ ਵਸਤੂਆਂ ਲੈਣੀਆਂ, ਬਾਕੀ ਛੱਡ ਦਿਓ। ਤਾਂ ਉਹਨਾਂ ਸਾਰੀਆਂ ਦੱਸ ਦਿੱਤੀਆਂ ਕਿ ਆਪਾਂ ਆਹੀ ਚੀਜ਼ਾਂ ਜਿਹੜੀਆਂ ਲੈ ਕੇ ਜਾਣੀਆਂ ਨੇ। ਤੇ ਭਾਈ ਬਿਧੀ ਚੰਦ ਸਾਹਿਬ ਜੀ ਨੇ ਉਸੇ ਵੇਲੇ ਉਹ ਗੱਡਿਆਂ ਤੇ ਲਦਵਾ ਦੇਣੀਆਂ ਕੀਤੀਆਂ। ਚੌਪਈ ਖੇਮ ਕੋਰ ਸੂਰਜ ਮਲਦਾਰਾ। ਹੁਣ ਸਤਿਗੁਰਾਂ ਦਾ ਪਰਿਵਾਰ ਜੋ ਹੈ ਉਹਦਾ ਕੁਝ ਜ਼ਿਕਰ ਕਰਦੇ ਨੇ। ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਸੂਰਜਮਲ ਸਾਹਿਬ ਜੀ ਅਤੇ ਉਹਨਾਂ ਦੀ ਧਰਮ ਸੁਪਤਨੀ ਖੇਮ ਕੌਰ ਜੀ, ਨੁਖਾ ਗੂਜਰੀ ਦੁਤੇ ਉਦਾਰਾ। ਤੇ ਫਿਰ ਦੂਸਰੇ ਸਤਿਗੁਰਾਂ ਦੇ ਪਿਆਰੇ ਸਾਹਿਬਜ਼ਾਦੇ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਅਤੇ ਉਹਨਾਂ ਦੇ ਮਹਿਲ ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਹਿਲ। ਤੇ ਨੁਖਾ ਗੂਜਰੀ, ਨੁਖਾ ਦਾ ਭਾਵ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨੂੰ, ਇੱਕ ਤਾਂ ਖੇਮ ਕੋਇਰ ਜੀ ਅਤੇ ਦੂਜਾ ਮਾਤਾ ਗੁਜਰੀ ਜੀ। ਸਿਗਰ ਚੜਾਏ ਰੁਚਿਰ ਜੁਗ ਡੋਰੇ। ਭਾਈ ਬਿਧੀ ਚੰਦ ਸਾਹਿਬ ਜੀ ਨੇ ਇਹਨਾਂ ਨੂੰ ਬੜੀ ਜਲਦੀ ਸੋਹਣੇ ਡੋਰੇ, ਭਾਵ ਕਿ ਪਾਲਕੀਆਂ ਦੇ ਵਿੱਚ ਸਫ਼ਰ ਹੁੰਦਾ ਸੀ ਉਸ ਵਕਤ, ਕੁਹਾਰ ਮੋਢਿਆਂ ਤੇ ਚੁੱਕਦੇ ਹੁੰਦੇ ਸੀਗੇ, ਸੋਨਾ ਪਾਲਕੀਆਂ ਦੇ ਵਿੱਚ ਇਹਨਾਂ ਨੂੰ ਬਿਠਵਾ ਦਿੱਤਾ ਹੈ। ਨਿਕਸੇ ਵਹਿਰ ਗੰਗਸਰ ਓਰੇ। ਇਸ ਤਰ੍ਹਾਂ ਗੁਰੂ ਕਾ ਪਰਿਵਾਰ ਫਿਰ ਗੰਗਸਰ ਸਾਹਿਬ ਵਾਲੇ ਅਸਥਾਨ ਨੂੰ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਡੀਕ ਕਰ ਰਹੇ ਨੇ, ਉਧਰ ਨੂੰ ਚਾਲੇ ਮਾਰ ਦਿੱਤੇ। ਦੋਏ ਖਾਸੇ ਇੱਕ ਪਰ ਮਰਵਾਹੀ। ਤੇ ਹੁਣ ਦੋ ਪਾਲਕੀਆਂ ਹੋਰ ਤਿਆਰ ਹੋਈਆਂ, ਜਿਨ੍ਹਾਂ 'ਚ ਇੱਕ ਦੇ ਵਿੱਚ ਮਾਤਾ ਮਰਵਾਹੀ ਜੀ, ਚੱਡੀ ਨਾਨਕੀ ਦੂਸਰ ਮਾਹੀ। ਤੇ ਦੂਸਰੀ ਸੋਹਣੀ ਪਾਲਕੀ ਦੇ ਵਿੱਚ ਹਜ਼ੂਰ ਦੇ ਮਹਿਲ ਮਾਤਾ ਨਾਨਕੀ ਜੀ ਸੁਭਾਇਮਾਨ ਹਨ। ਸ੍ਰੀ ਗੁਰ ਦਿੱਤਾ ਸਿਅੰਦਨ ਚਰੇ। ਬਾਬਾ ਗੁਰਦਿੱਤਾ ਜੀ ਜਿਹੜੇ ਹਨ ਉਹ ਵੀ ਆਪਣੇ ਅਸਵਾਰ ਦੇ ਉੱਤੇ, ਜਿਸ ਦੇ ਉੱਤੇ ਉਹਨਾਂ ਸਵਾਰੀ ਕਰਨੀ, ਉਸ ਸੋਹਣੇ ਰਥ ਦੇ ਉੱਤੇ ਚੜ ਗਏ ਹਨ। ਸ੍ਰੀ ਹਰਿ ਰਾਏ ਨਿਕਟ ਥਿਰ ਕਰੇ। ਤੇ ਬਹੁਤ ਛੋਟੀ ਜੀ ਸਰੀਰਕ ਆਰਬਲਾ ਦੇ ਵਿੱਚ ਹਨ ਸਾਹਿਬ ਸਤਿਗੁਰੂ ਗੁਰੂ ਹਰਿ ਰਾਏ ਪਾਤਸ਼ਾਹ ਜੀ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਨਾਲ ਬਿਲਕੁਲ ਨੇੜੇ ਬਿਠਾ ਲਿਆ ਹੈ। ਬਿਧੀ ਚੰਦ ਸਿੱਖ ਆਦਿਕ ਨਾਰੀ। ਤੇ ਹੋਰ ਵੀ ਭਾਈ ਬਿਧੀ ਚੰਦ ਸਾਹਿਬ ਜੀ ਦੇ ਸਮੇਤ ਹੋਰ ਵੀ ਜਿਤਨੇ ਸਿੱਖ ਸੇਵਕ ਹਨ ਤੇ ਨਾਰੀ, ਜਿਤਨੀਆਂ ਇਸਤਰੀਆਂ ਜੋ ਸੇਵਾ ਰੂਪ ਵਿੱਚ ਹਨ, ਸੋ ਸਾਰੀਆਂ ਨਾਲ ਹਨ। ਸਕਲ ਪਈ ਬਹਿਲਨ ਅਸਵਾਰੀ। ਤੇ ਸਕਲ ਪਈ ਬਹਿਲਨ ਅਸਵਾਰੀ, ਫਿਰ ਸਾਰੀਆਂ ਬੀਬੀਆਂ ਬੱਚੀਆਂ ਜਿਹੜੀਆਂ ਨੇ ਉਹ ਵੀ ਵੱਖ-ਵੱਖ ਅਸਵਾਰੀਆਂ ਦੇ ਵਿੱਚ ਅਸਵਾਰ ਹੋ ਗਈਆਂ। ਸ੍ਰੀ ਗੁਰੂ ਤੇਗ ਬਹਾਦਰ ਚੰਦ। ਸੋ ਇਸ ਤਰ੍ਹਾਂ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਅਣੀ ਰਾਏ ਹੈ ਚੜੇ ਬਿਲੰਦ। ਤੇ ਬਾਬਾ ਅਨੀ ਰਾਏ ਸਾਹਿਬ ਜੀ ਇਹ ਹੈ, ਭਾਵ ਕਿ ਸੋਹਣੇ ਘੋੜੇ ਤੇ ਚੜ ਗਏ ਹਨ। ਬਾਬਕ ਗੁਰੂ ਰਬਾਬੀ ਦਾਰਾ। ਫਿਰ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਕੀਰਤਨੀਆ ਸੀ, ਜਿਸ ਦਾ ਨਾਂ ਸੀ ਭਾਈ ਬਾਬਕ, ਭਾਈ ਬਾਬਕ ਜੋ ਰਬਾਬੀ ਕੀਰਤਨੀਆ ਸੀਗਾ, ਫਿਰ ਦਾਰਾ ਉਹਦੀ ਧਰਮ ਪਤਨੀ
ਭਾਵ ਸਤਿਗੁਰੂ ਪਾਤਸ਼ਾਹ ਜੀ ਆਪਣੇ ਕੀਰਤਨੀਆਂ ਦਾ ਵੀ ਇੰਨਾ ਸਨਮਾਨ ਕਰਦੇ ਨੇ ਕਿ ਉਹਨਾਂ ਨੂੰ ਵੀ ਸੋਹਣੀ ਅਸਵਾਰੀ ਜਿਹੜੀ ਉਹ ਦਵਾਈ ਗਈ ਹੈ। ਤੁਰਤ ਬਹਿਲ ਪਰ ਹੋਏ ਅਸਵਾਰਾ, ਉਹ ਵੀ ਸੋਹਣੀ ਅਸਵਾਰੀ ਦੇ ਵਿੱਚ ਦੋਨੇ ਜੀ ਜਿਹੜੇ ਹਨ ਅਸਵਾਰ ਹੋ ਗਏ ਹਨ। ਵਿਧੀ ਚੰਦ ਕੋ ਨੰਦਨ ਸਿਆਨੋ, ਸੋ ਇਸ ਤਰ੍ਹਾਂ ਸਤਿਕਾਰਯੋਗ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਸਤਿਕਾਰਯੋਗ ਸਪੁੱਤਰ ਲਾਲ ਚੰਦ ਚੜਕੀਨ ਪਿਆਨੋ, ਜਿਨ੍ਹਾਂ ਦਾ ਨਾਮ ਭਾਈ ਲਾਲ ਚੰਦ ਸਾਹਿਬ ਜੀ ਹੈ, ਉਹ ਵੀ ਫਿਰ ਅਸਵਾਰ ਹੋ ਗਏ ਹਨ। ਜਾਤੀ ਮਲਕ ਕੁਟੰਬ ਸਮੇਤਾ, ਤੇ ਫਿਰ ਮਹਾਨ ਯੋਧੇ ਭਾਈ ਜਾਤੀ ਮਲਕ ਜੀ ਕੁਟੰਬ ਸਮੇਤਾ ਆਪਣੇ ਸਾਰੇ ਪਰਿਵਾਰ ਸਮੇਤ ਗਮਨ ਕੀਨ ਸਭ ਤਜੇ ਨਿਕੇਤਾ, ਇਸ ਤਰ੍ਹਾਂ ਸਾਰਿਆਂ ਨੇ ਘਰ ਜਿਹੜੇ ਸਨ ਉਹ ਛੱਡ ਦਿੱਤੇ। ਭਾਵ ਕਰਤਾਰਪੁਰ ਸਾਹਿਬ ਤੋਂ ਗੰਗਸਰ ਸਾਹਿਬ ਵਾਲੇ ਪਾਵਨ ਅਸਥਾਨ ਨੂੰ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਡੀਕ ਦੇ ਵਿੱਚ ਹਨ, ਸੋ ਸਾਰਿਆਂ ਨੇ ਉਧਰ ਨੂੰ ਚਾਲੇ ਮਾਰ ਦਿੱਤੇ। ਜੇ ਰਣ ਮਰੇ ਸੋ ਗੁਰਪੁਰ ਗਏ, ਸੋ ਇਸ ਤਰ੍ਹਾਂ ਜਿਤਨੇ ਵੀ ਸਨ ਉਹ ਸਾਰੇ ਗੁਰੂ ਜਿਹੜੇ ਜੇ ਰਨ ਮਰੇ ਸੋ ਗੁਰਪੁਰ ਗਏ, ਜਿਹੜੇ ਸ਼ਹੀਦ ਹੋ ਗਏ ਉਹ ਗੁਰਪੁਰੀ ਚਲੇ ਗਏ। ਭਾਵ ਉਹ ਸੱਚਖੰਡ ਦੇ ਵਿੱਚ ਜਾ ਬਿਰਾਜੇ ਹਨ, ਜਿਹੜੇ ਗੁਰੂ ਕੇ ਸੂਰਮੇ ਇਸ ਜੰਗ ਵਿੱਚ ਸ਼ਹੀਦ ਹੋਏ ਹਨ। ਘਾਇਲ ਹੁਤੇ ਕਸ਼ਟ ਜਿਨ ਥੀਏ, ਪਰ ਜਿਹੜੇ ਹੁਣ ਘਾਇਲ ਨੇ, ਜਿਹੜੇ ਜ਼ਖਮੀ ਹਨ, ਜਿਨ੍ਹਾਂ ਨੂੰ ਗੁਰਸਿੱਖ ਚੁੱਕ ਕੇ ਲਿਆਏ ਹਨ, ਉਹ ਸਾਰੇ ਬੜੀ ਜ਼ਖਮੀ ਹਾਲਤ ਵਿੱਚ ਹਨ। ਤੇ ਕਈ ਇਸ ਤਰ੍ਹਾਂ ਦੇ ਸਰੀਰ ਨੇ ਜਿਨ੍ਹਾਂ ਤੋਂ ਆਪਣੇ ਦਰਦਾਂ ਦੀ ਤਾਜ ਜਿਹੜੀ ਉਹ ਵੀ ਝੱਲਣੀ ਮੁਸ਼ਕਲ ਹੋਈ ਪਈ ਹੈ। ਸ੍ਰੀ ਹਰਿ ਗੋਬਿੰਦ ਨਿਕਟ ਹਕਾਰੇ, ਪਰ ਜਦੋਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਵਾਜ਼ ਦਿੱਤੀ, ਜਾਂ ਇੱਧਰ ਜੰਗ ਦੇ ਵਿੱਚੋਂ ਜਿਹੜੇ ਉੱਠ ਕੇ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਦੇ ਕੋਲ ਆ ਗਏ, ਕਿਉਂਕਿ ਸਾਰਿਆਂ ਨੂੰ ਕਰਤਾਰਪੁਰ ਸਾਹਿਬ ਤੇ ਲਿਜਾਇਆ ਨਹੀਂ ਗਿਆ ਨਗਰ ਦੇ ਅੰਦਰ, ਬਾਹਰ ਜਿੱਥੇ ਜੰਗ ਹੋਇਆ ਉੱਥੋਂ ਹੀ ਜ਼ਖਮੀ ਇਕੱਠੇ ਕੀਤੇ ਗਏ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦੇ ਕੋਲ ਲਿਆ ਕਰਕੇ ਇਹਨਾਂ ਸਾਰਿਆਂ ਨੂੰ, ਕੋਈ ਲੇਟਿਆ ਹੈ, ਕੋਈ ਬੈਠਾ ਹੈ, ਜਿਸ ਤਰ੍ਹਾਂ ਵੀ ਕਿਸੇ ਦਾ ਸਰੀਰ ਉਹਨੂੰ ਆਗਿਆ ਦਿੰਦਾ ਸੀ। ਹਜ਼ੂਰ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਜਦੋਂ ਵੇਖਿਆ, ਬੁਲਾਇਆ ਹੈ, ਸਭ ਸੋ ਕਰੁਣਾ ਦ੍ਰਿਸ਼ਟ ਨਿਹਾਰੇ, ਤੇ ਪਾਤਸ਼ਾਹ ਜੀ ਨੇ ਆਪਣੀ ਮਿਹਰ ਦੀ ਨਿਗਾਹ ਜਿਹੜੀ ਹੈ ਉਹ ਸਾਰਿਆਂ ਦੇ ਵੱਲ ਕੀਤੀ ਹੈ। ਤੇ ਗੁਰੂ ਕੀ ਮਿਹਰ ਦੀ ਨਿਗਾਹ ਵਿੱਚ ਇੰਨਾ ਬਲ ਹੋਇਆ ਹੈ, ਪੀੜਾ ਹਰੀ ਸਕਲ ਕੀ ਜਬੈ, ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸਾਰਿਆਂ ਤੇ ਨਿਗਾਹ ਮਾਰੀ ਨਾ, ਸਾਰਿਆਂ ਦੀ ਪੀੜਾ ਜਿਹੜੀ ਉਹ ਹਰ ਲਈ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਦੀ ਨਜ਼ਰ ਅੰਦਰ ਇੰਨਾ ਬਲ ਹੈ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਜਦੋਂ ਅਸੀਂ ਬਾਤ ਪੜ੍ਹਦੇ ਹਾਂ ਉਹ ਸਾਰੇ ਬੰਧਨਾਂ ਨੂੰ ਵੀ ਕੱਟਦਾ। ਫਿਰ ਕਾਟੇ ਕਸ਼ਟ ਪੂਰੇ ਗੁਰਦੇਵ, ਪੂਰਾ ਗੁਰੂ ਜਿਹੜਾ ਸਾਰੇ ਕਸ਼ਟਾਂ ਦੀ ਨਿਵਰਤੀ ਕਰ ਦਿੰਦਾ। ਹਾਂ, ਇਹ ਹੈ ਕਿ ਜ਼ਖਮ ਜਿਹੜਾ ਉਹ ਬਣਿਆ, ਪਰ ਜ਼ਖਮ ਦਾ ਦਰਦ ਖਤਮ ਹੋ ਚੁੱਕਾ। ਪਤਾ ਹੀ ਨਹੀਂ ਮੇਰੇ ਸਰੀਰ ਤੇ ਕੋਈ ਫੱਟ ਲੱਗਾ ਹੈ, ਕਿਸੇ ਨੂੰ ਪਤਾ ਹੀ ਨਹੀਂ ਮੇਰੇ ਸਰੀਰ ਤੇ ਤਾਂ ਡੂੰਘਾ ਘਾਵ ਜ਼ਖਮ ਲੱਗਾ ਹੈ। ਪਾਤਸ਼ਾਹ ਜੀ ਨੇ ਸਾਰਿਆਂ ਦੇ ਦਰਦ ਜਿਹੜੇ ਉਹ ਹਰ ਲਏ ਹਨ, ਖਤਮ ਕਰ ਦਿੱਤੇ ਹਨ। ਛੱਡ ਕਰ ਤਿਆਰ ਹੋਤ ਪੇ ਤਬੈ, ਉਹ ਵੀ ਸਾਰੇ ਜਿਹੜੇ ਹਨ ਆਪੋ ਆਪਣੇ ਤਰੀਕੇ ਨਾਲ ਤਿਆਰ ਹੋ ਗਏ ਹਨ ਚਾਲੇ ਮਾਰਨ ਵਾਸਤੇ। ਜੈ ਸਤਿਗੁਰ ਸਭ ਦਲ ਜੁਤ ਖਰੇ, ਹੁਣ ਜਿਸ ਥਾਂ ਤੇ ਹਜ਼ੂਰ ਪਾਤਸ਼ਾਹ ਜੀ ਸਾਰੇ ਦਲ ਦੇ ਸਮੇਤ, ਭਾਵ ਜਿਤਨੇ ਸੂਰਮੇ ਸ਼ਹੀਦ ਨਹੀਂ ਹੋਏ, ਜੋ ਕੁਝ ਜ਼ਖਮੀ ਹਾਲਤ ਵਿੱਚ ਸਨ, ਉਹਨਾਂ ਦਾ ਦਰਦ ਹਰ ਲਿਆ, ਜਾਂ ਕੁਝ ਹਾਲੇ ਜ਼ਖਮੀ ਨਹੀਂ ਵੀ ਹੋਏ ਸਨ। ਸੋ ਭਾਵ ਇਹ ਸਾਰੇ ਦਲ ਦੇ ਸਮੇਤ ਧੰਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਖੜੇ ਹਨ। ਤਿਆਰ ਹੋਏ ਤੇ ਆਵਨ ਕਰੇ, ਤੇ ਇਧਰੋਂ ਜੋ ਕਰਤਾਰਪੁਰ ਸਾਹਿਬ ਜੀ ਦੇ ਅੰਦਰ ਗੁਰੂ ਸਾਹਿਬ ਦਾ ਪਰਿਵਾਰ ਹੈ, ਉਹ ਉਹਨਾਂ ਨੇ ਆਉਣਾ ਹੈ, ਤਾਂ ਉਹਨਾਂ ਦੇ ਆਉਣ ਦੀ ਉਡੀਕ ਵਿੱਚ ਤਿਆਰ ਖੜੇ ਹਨ। ਗੁਰ ਕਰਕੇ ਸਮਾਜ ਵੱਡ ਭਾਰੇ, ਸੋ ਇਸ ਤਰ੍ਹਾਂ ਗੁਰੂ ਘਰ ਦਾ ਸਮਾਜ, ਭਾਵ ਪਰਿਵਾਰ ਵੀ ਬਹੁਤ ਵੱਡਾ ਹੈ ਗੁਰੂ ਕਿਰਪਾ ਸਦਕਾ। ਫਿਰ ਹੋਰ ਵੀ ਘਰ ਦੀਆਂ ਜੋ ਵਸਤੂਆਂ ਹਨ ਉਹ ਵੀ ਬੜੀ ਵੱਡੀ ਗਿਣਤੀ ਵਿੱਚ ਹਨ। ਪਰ ਇਹ ਨਹੀਂ ਕਿ ਜਿਵੇਂ ਆਪਾਂ ਸੰਸਾਰੀ ਲੋਕ, ਮਾਫ ਕਰਿਓ, ਕਈ ਵਾਰ ਸੰਸਾਰ ਤੇ ਕੂੜਾ ਹੀ ਇਕੱਠਾ ਕਰਦੇ ਫਿਰਦੇ ਹੁੰਨੇ ਆ। ਗੁਰੂ ਸਾਹਿਬ ਜੀ ਦੇ ਕੋਲ ਜੋ ਵੀ ਘਰ ਦੀਆਂ ਵਸਤੂਆਂ ਹਨ ਬੜੀ ਵੱਡੀ ਗਿਣਤੀ 'ਚ ਨੇ, ਤੇ ਹਰ ਇੱਕ ਵਸਤੂ ਜਿਹੜੀ ਉਹ ਬੜੀ ਲੋੜੀਂਦੀ ਹੈ। ਧਰੇ ਤਹਾਂ ਹੀ ਸਰਬ ਸੰਭਾਰੇ, ਪਰ ਜਿਵੇਂ ਸਾਹਿਬ ਜੀ ਦਾ ਹੁਕਮ ਸੀ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਕਿ ਸਾਰਾ ਕੁਝ ਨਹੀਂ ਲੈਣਾ, ਭਾਈ ਬਿਧੀ ਚੰਦ ਸਾਹਿਬ ਜੀ ਨੇ ਹੁਕਮ ਮੰਨਿਆ ਹੈ। ਤੇ ਉਸੇ ਤਰ੍ਹਾਂ ਕੁਝ ਵਸਤਾਂ ਜਿਹੜੀਆਂ ਉਹ ਗੱਡਿਆਂ ਛਿਕੜਿਆਂ ਆਦਿ ਤੇ ਜਿਹੜੀਆਂ ਸੀ ਉਹ ਲਦਵਾ ਦਿੱਤੀਆਂ ਨੇ, ਬਾਕੀ ਜਿਹੜੀਆਂ ਸਨ ਉਹ ਉੱਥੇ ਹੀ ਛੱਡ ਦਿੱਤੀਆਂ ਹਨ। ਲੈ ਸਭ ਹਿਨ ਕੋ ਸੰਗ ਲਵਾਇਓ, ਤੇ ਭਾਈ ਬਿਧੀ ਚੰਦ ਸਾਹਿਬ ਜੀ ਸਾਰੇ ਗੁਰੂ ਕੇ ਪਰਿਵਾਰ ਨੂੰ, ਹੋਰ ਗੁਰਸਿੱਖਾਂ ਨੂੰ, ਬੀਬੀਆਂ ਬੱਚੀਆਂ ਨੂੰ, ਸਾਰਿਆਂ ਨੂੰ ਨਾਲ ਲੈ ਕੇ ਤੁਰ ਪਏ ਹਨ। ਬਿਧੀ ਚੰਦ ਗੁਰ ਕੇ ਟਿਕ ਆਇਓ, ਇਸ ਤਰ੍ਹਾਂ ਅੱਗੇ ਅੱਗੇ ਹੋ ਕਰਕੇ ਸਭ ਤੋਂ ਪਹਿਲਾਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦੇ ਕੋਲ ਆਏ ਤੇ ਆ ਕਰਕੇ ਸੁਨੇਹਾ ਦਿੱਤਾ
ਇੱਕ ਬੇਨਤੀ ਰੂਪ ਵਿੱਚ ਪਾਤਸ਼ਾਹ ਜੀ ਨੂੰ ਖਬਰ ਦੇਣੀ ਕੀਤੀ। ਹਾਥ ਜੋਰ ਸਭ ਗਾਥ 부ਝਾਈ। ਹੱਥ ਜੋੜੇ ਨੇ ਤੇ ਹੱਥ ਜੋੜ ਕੇ ਸਭ ਗਾਥ, ਸਾਰੀ ਗਾਥਾ ਜਿਹੜੀ ਸੀ, ਸਾਰੀ ਕਹਾਣੀ ਜਿਹੜੀ ਸੀ ਕਰਤਾਰਪੁਰ ਸਾਹਿਬ ਦੇ ਅੰਦਰ ਦੀ, ਉਹ ਪਾਤਸ਼ਾਹ ਜੀ ਨੂੰ ਵਰਣਨ ਕਰਕੇ ਦੱਸਣ ਲੱਗੇ। ਪ੍ਰਭ ਜੀ ਚਲ ਆਏ ਸਮੁਦਾਏ। ਕਿ ਮਹਾਰਾਜ ਜੀ ਤੁਹਾਡੀ ਆਗਿਆ ਨੂੰ, ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਪਾਤਸ਼ਾਹ ਜੀ ਬਾਕੀ ਸਾਰੇ ਸਰੀਰ ਜਿਹੜੇ ਹਨ ਉਹ ਚੱਲ ਆਏ ਹਨ। ਜੇ ਤੱਕ ਸਕਟਨ ਪਰਲਦ ਗਇਓ। ਮਹਾਰਾਜ ਜੀ ਜਿੰਨਾ ਕੁ ਸਮਾਨ ਸਕਟਨ ਇਹਨਾਂ ਗੱਡਿਆਂ ਆਦਿਕਾਂ ਦੇ ਉੱਤੇ ਜਿਹੜਾ ਸੀ ਉਹ ਲਦਵਾਇਆ ਗਿਆ ਜਾਂ ਲੱਦ ਦਿੱਤਾ ਗਿਆ ਜਿੰਨਾ ਹੋ ਸਕਿਆ। ਤਿਤਕ ਸਮਾਜ ਸੰਗ ਕਰ ਲਿਓ। ਤੇ ਮਹਾਰਾਜ ਉਹਨਾਂ ਕੁ ਸਮਾਨ ਜਿਹੜਾ ਅਸੀਂ ਆਪਣੇ ਸੰਗ ਆਪਣੇ ਨਾਲ ਲੈ ਲਿਆ ਹੈ। ਕੁਛ ਤੇ ਤੁਹਾਡਾ ਹੁਕਮ ਵੀ ਸੀ ਕਿ ਬਹੁਤ ਘੱਟ ਹੀ ਚੁੱਕਣਾ ਹੈ, ਬਾਕੀ ਮਹਾਰਾਜ ਜਿੰਨਾ ਕੁ ਲੱਦਿਆ ਗਿਆ, ਕਿਉਂਕਿ ਗੱਡਿਆਂ ਦੇ ਉੱਤੇ ਜਿੰਨਾ ਕੁ ਆਇਆ ਉਹਨਾਂ ਕੁ ਅਸੀਂ ਲੱਦ ਲਿਆ। ਸੋ ਮਹਾਰਾਜ ਉਹ ਸਾਰਾ ਸਾਜੋ ਸਮਾਨ ਜਿਹੜਾ ਹੈ ਅਸੀਂ ਨਾਲ ਲੈ ਲਿਆ ਹੈ। ਧੀਰ ਮਲ ਕੋ ਕਹਿਓ ਘਨੇਰੇ। ਪਰ ਮਹਾਰਾਜ ਹੁਣ ਇੱਕ ਖਬਰ ਇਹ ਹੈ ਕਿ ਸਾਰਿਆਂ ਨੂੰ ਤੁਹਾਡਾ ਹੁਕਮ ਸੁਣਾਇਆ, ਸਾਰਿਆਂ ਨੇ ਚਾਲੇ ਮਾਰਨ ਦੀ ਤਿਆਰੀ ਕਰ ਲਈ ਤੇ ਬਹੁਤੀ ਦੇਰ ਨਹੀਂ ਲਾਈ। ਮਹਾਰਾਜ ਦੇਖੋ ਕੁਝ ਹੀ ਛਿਣ ਦੇ ਵਿੱਚ ਅਸੀਂ ਤੁਹਾਡੇ ਤੱਕ ਪਹੁੰਚ ਵੀ ਗਏ ਹਾਂ। ਪਰ ਮਹਾਰਾਜ ਜੀ ਇੱਕ ਹੁਣ ਖਬਰ ਇਹ ਹੈ ਕਿ ਬਾਬਾ ਧੀਰਮਲ ਸਾਹਿਬ ਜੀ ਨੂੰ ਅਸੀਂ ਇੱਕ ਜਿਹੜਾ ਤੁਹਾਡਾ ਸੁਨੇਹਾ ਦੇਣਾ ਕੀਤਾ ਤਾਂ ਸੋ ਨਹਿ ਆਏ ਬਰਾਬਰ ਨੇਰੇ। ਪਰ ਮਹਾਰਾਜ ਉਹ ਨਹੀਂ ਆਏਗੇ, ਬਾਕੀ ਤੇ ਸਾਰੇ ਆ ਗਏ ਨੇ, ਧੀਰਮਲ ਨਹੀਂ ਆਇਆ। ਤੇ ਮਹਾਰਾਜ ਉਹ ਕਹਿੰਦੇ ਵੀ ਮੈਂ ਆਉਣਾ ਵੀ ਨਹੀਂ ਗੁਰੂ ਦੇ ਨੇੜੇ। ਕੀ ਕਾਰਨ ਹੈ ਇਹ ਤੁਸੀਂ ਜਾਣੋ, ਉਹ ਜਾਣਨ। ਪਰ ਮਹਾਰਾਜ ਉਹ ਕਹਿੰਦੇ ਮੈਂ ਗੁਰੂ ਸਾਹਿਬ ਦੇ ਕੋਲ ਨਹੀਂ ਜਾਣਾ। ਕਹਤ ਸੋ ਤਜੋ ਨ ਪੁਰ ਕਰਤਾਰ। ਤੇ ਉਹਨਾਂ ਨੇ ਜੋ ਦਲੀਲ ਦਿੱਤੀ ਹੈ ਜਾਂ ਅੱਗੋਂ ਮੈਨੂੰ ਜਵਾਬ ਦਿੱਤਾ ਹੈ ਮਹਾਰਾਜ ਉਹ ਇਹ ਹੈ ਕਿ ਧੀਰਮਲ ਜੀ ਕਹਿੰਦੇ ਮੈਂ ਕਰਤਾਰਪੁਰ ਸਾਹਿਬ ਜਿਹੜਾ ਇਹ ਨਹੀਂ ਛੱਡਣਾ ਚਾਹੁੰਦਾ। ਰਹਿਓ ਸਮਾਜ ਸੋ ਲਿਓ ਸੰਭਾਰ। ਤੇ ਮਹਾਰਾਜ ਦੂਜੀ ਗੱਲ ਇਹ ਹੈ ਕਿ ਜਿਹੜਾ ਅਸੀਂ ਸਮਾਨ ਛੱਡ ਕੇ ਆਏ ਆ, ਭਾਵੇਂ ਤੁਹਾਡਾ ਹੁਕਮ ਸੀ ਛੱਡ ਦਿਓ, ਪਰ ਮਹਾਰਾਜ ਅਸੀਂ ਜਿਹੜਾ ਛੱਡਿਆ ਨਾ ਉਹ ਭਾਵੇਂ ਕਿਹਦੇ ਵਾਸਤੇ ਛੱਡਿਆ ਉਹ ਤੁਸੀਂ ਜਾਣਦੇ ਸੀ, ਪਰ ਮਹਾਰਾਜ ਉਹਨਾਂ ਨੇ ਸਾਰਾ ਸੰਭਾਲ ਲਿਆ ਉਸੇ ਵਕਤ। ਉਹ ਕਹਿੰਦੇ ਸਾਰਾ ਅਸੀਂ ਰੱਖਣਾ। ਮਹਾਰਾਜ ਤੁਹਾਡਾ ਹੁਕਮ ਸੀਗਾ ਜਿਵੇਂ ਵੰਡਣਾ ਸੀ ਜਾਂ ਜੋ ਕਰਨਾ ਸੀ, ਪਰ ਅਸੀਂ ਛੱਡ ਦਿੱਤਾ। ਪਰ ਉਹਨਾਂ ਨੇ ਉਸੇ ਵੇਲੇ ਉਸ ਸਮਾਨ ਤੇ ਦਾਅਵਾ ਕਰ ਦਿੱਤਾ ਹੈ ਕਿ ਇਹ ਸਾਡਾ ਹੈ ਤੇ ਅਸੀਂ ਆਪਣੇ ਕੋਲ ਰੱਖਾਂਗੇ, ਅਸੀਂ ਕਿਸੇ ਹੋਰ ਨੂੰ ਨਹੀਂ ਦਵਾਂਗੇ। ਨਹਿ ਚਾਹ ਚਿਤ ਸੰਗ ਤੁਮਾਰਾ। ਤੇ ਨਾਲ ਹੀ ਮਹਾਰਾਜ ਉਹਨਾਂ ਨੇ ਇਹ ਵੀ ਕਿਹਾ ਕਿ ਨਹਿ ਚਾਹਤ ਚਿਤ ਸੰਗ ਤੁਮਾਰਾ, ਕਿ ਮੈਂ ਚਿੱਤ ਦੇ ਵਿੱਚ ਵੀ ਤੁਹਾਡਾ ਸੰਗ ਨਹੀਂ ਕਰਨਾ ਚਾਹੁੰਦਾ। ਸਰੀਰ ਕਰਕੇ ਤੇ ਬੜੀ ਦੂਰ ਦੀ ਗੱਲ ਹੈ। ਇੱਕ ਹੁੰਦਾ ਨਾ ਆਪਾਂ ਸਰੀਰ ਕਰਕੇ ਕਿਸੇ ਨਾਲ ਨਹੀਂ ਤੁਰਨਾ ਚਾਹੁੰਦੇ, ਪਰ ਆਪਾਂ ਕਹਿੰਦੇ ਨਹੀਂ ਮਨ ਕਰਕੇ ਮੈਂ ਤੇਰੇ ਨਾਲ ਹੀ ਹਾਂ, ਪਰ ਮੇਰੇ ਕੁਝ ਰੁਝੇਵੇਂ ਨੇ, ਮੈਂ ਤੇਰੇ ਨਾਲ ਜਾ ਨਹੀਂ ਸਕਦਾ, ਪਰ ਵੈਸੇ ਕੋਈ ਲੋੜ ਪਏਗੀ ਮੈਂ ਤੇਰੇ ਨਾਲ ਹੀ ਹਾਂ, ਤੇਰੇ 'ਚ ਸਾਡੇ 'ਚ ਕੋਈ ਫਰਕ ਨਹੀਂ। ਪਰ ਮਹਾਰਾਜ ਉਹ ਸਰੀਰ ਕਰਕੇ ਵੀ ਤੁਹਾਡਾ ਸੰਗ ਨਹੀਂ ਚਾਹੁੰਦਾ ਤੇ ਉਹ ਮਨ ਕਰਕੇ ਵੀ ਤੁਹਾਡੇ ਨਾਲ ਜਿਹੜਾ ਉਹ ਨਹੀਂ ਤੁਰਨਾ ਚਾਹੁੰਦਾ। ਬਕਰ ਬਾਕ ਪ੍ਰਤਿਕੂਲ ਉਚਾਰਾ। ਤੇ ਮਹਾਰਾਜ ਉਹਨੇ ਨਾ ਤੁਹਾਡੇ ਪ੍ਰਤੀਕੂਲ, ਇੱਕ ਤਾਂ ਅਨੁਕੂਲ ਹੁੰਦਾ, ਇੱਕ ਪ੍ਰਤੀਕੂਲ, ਭਾਵ ਤੁਹਾਡੇ ਵਿਪਰੀਤ, ਤੁਹਾਡੇ ਉਲਟ, ਤੁਹਾਡੇ ਵਿਰੋਧ ਵਿੱਚ ਉਹਨੇ ਕਈ ਮਾੜੇ ਸ਼ਬਦ ਕਬੋਲ, ਜਿਹੜੇ ਬੱਕਰਵਾਕ ਭਾਵ ਕਬੋਲ, ਜਿਹੜੇ ਇੰਜ ਕਹਿ ਲਓ ਅਪਮਾਨਜਨਕ ਸ਼ਬਦ ਜਿਨ੍ਹਾਂ ਨੂੰ ਆਪਾਂ ਸਮਝ ਲਈਏ, ਮਹਾਰਾਜ ਐਸੇ ਐਸੇ ਸ਼ਬਦ ਬਾਬਾ ਧੀਰਮਲ ਨੇ ਤੁਹਾਡੇ ਪ੍ਰਥਾਏ ਵਰਤਨੇ ਕੀਤੇ ਹਨ। ਨਿਜ ਮਾਤਾ ਕੋ ਰਾਖਿਓ ਪਾਸ। ਮਹਾਰਾਜ ਉਹ ਆਪ ਤਾਂ ਰਹਿ ਹੀ ਗਿਆ, ਪਰ ਉਹਨੇ ਆਪਣੀ ਮਾਤਾ ਨੂੰ ਵੀ ਆਪਣੇ ਕੋਲ ਰੱਖ ਲਿਆ। ਬਾਬਾ ਧੀਰਮਲ ਜੀ ਦੇ ਮਾਤਾ ਜੀ ਸਨ ਮਾਤਾ ਅਨੰਤੀ ਜੀ। ਕਹਿੰਦੇ ਬਾਬਾ ਬਿਧੀ ਚੰਦ ਸਾਹਿਬ ਮਹਾਰਾਜ ਉਹਨਾਂ ਨੇ ਆਪਣੀ ਮਾਤਾ ਨੂੰ ਵੀ ਆਪਣੇ ਕੋਲ ਰੱਖ ਲਿਆ। ਕਹਿ ਬੋ ਬਿਧ ਕੇ ਪ੍ਰੀਤ ਆਵਾਸ। ਤੇ ਕਹਿੰਦੇ ਨੇ ਇਹ ਸਾਡਾ ਘਰ ਹੈ, ਅਸੀਂ ਬਹੁਤ ਚਿਰ ਤੋਂ ਇਹਦੇ ਨਾਲ ਪ੍ਰੀਤੀ ਕਰਦੇ, ਅਸੀਂ ਇਹ ਘਰ ਨਹੀਂ ਛੱਡਾਂਗੇ। ਬਡਨ ਹਮਾਰੇ ਨਗਰ ਬਸਾਇਓ। ਸਾਡੇ ਵੱਡਿਆਂ ਨੇ ਇਹ ਪਾਵਨ ਨਗਰ ਜਿਹੜਾ ਸੀ ਇਹ ਵਸਾਉਣਾ ਕੀਤਾ ਹੈ, ਇਸ ਕਰਕੇ ਇਹ ਸਾਡਾ ਜੱਦੀ ਪੁਸ਼ਤੀ ਜਿਵੇਂ ਕਹਿ ਲਓ ਨਗਰ ਹੈ, ਸਾਡੇ ਵੱਡਿਆਂ ਦੀਆਂ ਯਾਦਾਂ ਜੁੜੀਆਂ ਨੇ, ਅਸੀਂ ਇਹ ਘਰ ਨਗਰ ਨਹੀਂ ਛੱਡਾਂਗੇ। ਮਿਲ ਤੁਰ ਕਨ ਸੋ ਰਹਿ ਇਥਾਇਓ। ਪਰ ਇਹਦੇ ਮਗਰਲਾ ਮਕਸਦ ਕੀ ਹੈ? ਉਹ ਇਹ ਹੈ ਕਿ ਉਹਨਾਂ ਨੇ ਆਪਣੀ ਜ਼ੁਬਾਨ ਤੋਂ ਵੀ ਕਹਿ ਦਿੱਤਾ ਮਿਲ ਤੁਰਕਣ ਸੋ ਰਹਿ ਅਥਾਏ, ਕਿ ਮੈਂ ਇਸ ਥਾਂ ਤੇ ਰਵਾਂਗਾ ਤੇ ਤੁਰਕਾਂ ਦੇ ਨਾਲ ਮੇਲ ਜੁਲ ਕਰਕੇ ਰਵਾਂਗਾ। ਇੱਥੇ ਹੁਣ ਬਹੁਤ ਗਹਿਰੀ ਇਹਦੇ ਵਿੱਚ ਇੱਕ ਇਸ਼ਾਰਾ ਸੋਚ ਰੱਖੀ ਹੋਈ ਹੈ ਕਿ ਇੱਕ ਪਾਸੇ ਤਾਂ ਇਹ ਹੈ ਕਿ ਇਹ ਬਹਾਨਾ ਕਿ ਮੈਂ ਆਪਣੇ ਵਡੇਰਿਆਂ ਦੇ ਥਾਂ ਨੂੰ ਨਹੀਂ ਛੱਡਾਂਗਾ, ਦੂਜਾ ਸਪਸ਼ਟ ਸ਼ਬਦਾਂ 'ਚ ਵੀ ਕਹਿ ਦਿੱਤਾ ਕਿ ਮੈਂ ਤੁਰਕਾਂ ਦੇ ਨਾਲ ਮਿਲਾਪ ਰੱਖਣਾ, ਜਿਨ੍ਹਾਂ ਦੇ ਨਾਲ ਤੁਸੀਂ ਜੰਗ ਲੜਿਆ ਮੈਂ ਉਹਨਾਂ ਦੇ ਨਾਲ ਗਾਂਢ ਧੁੱਪ ਰੱਖਣੀ ਹੈ। ਹਮ ਨਹਿ 300 ਬੈਰ ਕਮਾਵੇ। ਮਹਾਰਾਜ ਮੈਂ ਉਹਨਾਂ ਨਾਲ ਵੈਰ ਨਹੀਂ ਕਰਨਾ ਚਾਹੁੰਦਾ,
ਜਿਵੇਂ ਆਮ ਹੀ ਕਈ ਕਹਿ ਦਿੰਦੇ ਨੇ ਨਾ, ਤੁਸੀਂ ਲੜੋ, ਅਸੀਂ ਤਾਂ ਨਹੀਂ ਉਹਨਾਂ ਨਾਲ ਵੈਰ ਕਰਨਾ। ਸੋ ਇਸ ਤਰ੍ਹਾਂ ਮਹਾਰਾਜ ਧੀਰਮਲ ਕਹਿੰਦਾ ਮੈਂ ਇਹਨਾਂ ਨਾਲ ਵੈਰ ਨਹੀਂ ਪਾਉਣਾਗਾ, ਮੈਂ ਤੇ ਇਹਨਾਂ ਨਾਲ ਸਾਂਝ ਰੱਖਣੀ ਹੈ। ਤੁਰਕਨ ਕੇ ਅਨੁਸਾਰ ਬਿਤਾਵੈ, ਤੇ ਮੈਂ ਤਾਂ ਤੁਰਕਾਂ ਦੇ ਅਨੁਸਾਰ ਹੀ ਚੱਲਾਂਗਾ, ਕਿਉਂਕਿ ਮੈਂ ਇਸ ਨਗਰ 'ਚ ਰਵਾਂਗਾ ਤੇ ਜਿਵੇਂ ਇਹ ਕਹਿਣਗੇ ਉਸ ਤਰ੍ਹਾਂ ਇਹਨਾਂ ਦੇ ਮੁਤਾਬਕ ਜੋ ਇਸ ਨਗਰ ਦੇ ਕਾਇਦੇ ਕਾਨੂੰਨ ਬਣਾ ਦੇਣਗੇ, ਜੇ ਇਹਨਾਂ ਦੀ ਬਹੁਮਤ ਹੈ, ਜਿਸ ਤਰ੍ਹਾਂ ਵੀ ਕਹਿਣਗੇ ਮੈਂ ਇਹਨਾਂ ਦੇ ਨਾਲ ਮਿਲ ਜੁਲ ਕੇ ਹੀ ਚੱਲਾਂਗਾ। ਸ੍ਰੀ ਗੁਰੂ ਗ੍ਰੰਥ ਰਾਖ ਕਰ ਲੀਨੋ। ਤੇ ਮਹਾਰਾਜ ਤੀਜੀ ਦੁਖਦਾਇਕ ਗੱਲ ਇਹ ਹੈ, ਪਹਿਲਾ ਤਾਂ ਇਹ ਸੀ ਕਿ ਤੁਹਾਡਾ ਹੁਕਮ ਨਹੀਂ ਮੰਨਿਆ, ਉਹ ਰਹਿ ਪਿਆ। ਦੂਜਾ ਇਹ ਉਹਨੇ ਆਪ ਤਾਂ ਰਿਹਾ ਹੀ, ਆਪਣੇ ਮਾਤਾ ਜੀ ਨੂੰ ਵੀ ਕੋਲ ਰੱਖ ਲਿਆ। ਤੀਜੀ ਹੁਣ ਦੁਖਦਾਇਕ ਗੱਲ ਮਹਾਰਾਜ ਇਹ ਹੈ ਕਿ ਜੋ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੈ ਉਹ ਵੀ ਉਹਨੇ ਆਪਣੇ ਕੋਲ ਰੱਖ ਲਿਆ ਹੈ। ਗੁਪਤ ਛੁਪਾਵਨ ਕਿਤਹੂ ਕੀਨੋ। ਤੇ ਮਹਾਰਾਜ ਇਕੱਲਾ ਰੱਖਿਆ ਹੀ ਨਹੀਂ, ਉਹਨੇ ਗੁਪਤ ਛੁਪਾ ਦਿੱਤਾ ਕਿਸੇ ਥਾਂ ਦੇ ਉੱਤੇ। ਕੋਈ ਸੂ ਖਬਰ ਜਿਹੜੀ ਉਹ ਕਿਸੇ ਨੂੰ ਇਸ ਬਾਰੇ ਨਹੀਂ ਦੇ ਰਿਹਾ। ਖੋਜ ਰਹੇ ਸੋ ਹੱਥ ਨ ਆਇਓ। ਮਹਾਰਾਜ ਅਸੀਂ ਬੜਾ ਖੋਜਿਆ, ਅਸੀਂ ਬੜਾ ਲੱਭਿਆ, ਪਰ ਉਹ ਪਾਵਨ ਸਰੂਪ ਜੋ ਧੀਰਮਲ ਦੇ ਕੋਲ ਹੈ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਜੋ ਲਿਖਵਾਇਆ, ਮਹਾਰਾਜ ਉਹ ਨਹੀਂ ਸਾਨੂੰ ਮਿਲ ਰਿਹਾ ਹੈ। ਤਾਰੋ ਕਠਨ ਕੋਠਰੇ ਲਾਇਓ। ਤੇ ਮਹਾਰਾਜ ਹੋਰ ਜੋ ਖਬਰ ਹੈ ਕਿ ਅਸੀਂ ਖੋਜਿਆ ਤੇ ਇੱਕ ਕੋਠੇ ਨੂੰ ਉਹਨੇ ਬੜੇ ਮੋਟੇ-ਮੋਟੇ ਤਾਲੇ ਜਿਹੜੇ ਉਹ ਲਾ ਛੱਡੇ ਹਨ। ਇਹ ਪ੍ਰਤੀਤ ਹੁੰਦਾ ਕਿ ਉਸੇ ਪਾਵਨ ਕੋਠੇ ਦੇ ਅੰਦਰ ਹੀ ਗੁਰੂ ਸਾਹਿਬ ਦਾ ਸਰੂਪ ਉਹਨੇ ਛੁਪਾ ਰੱਖਿਆ ਹੈ। ਕਹੈ ਸੋ ਮੈਂ ਇਹ ਰਾਖਨ ਕਰਾਂ। ਤੇ ਮਹਾਰਾਜ ਇਹ ਸਾਰੀਆਂ ਬਾਤਾਂ ਜਿਹੜੀਆਂ ਮੈਂ ਤੁਹਾਨੂੰ ਸੁਣਾ ਦਿੱਤੀਆਂ ਹਨ, ਉਹ ਨਹੀਂ ਆਇਆ, ਕਿਉਂ ਨਹੀਂ ਆਇਆ, ਕਾਰਨ ਜਿਹੜੇ ਉਹ ਤੁਹਾਨੂੰ ਦੱਸ ਦਿੱਤੇ ਹਨ। ਇੰਜ ਕਹਿੰਦਿਆਂ ਸੁਣਦਿਆਂ ਬਾਤਾਂ ਚੱਲਦਿਆਂ ਇਸ ਕੀ ਆਸ ਏਕ ਮਨ ਧਰੋ। ਤੇ ਮਹਾਰਾਜ ਧੀਰਮਲ ਅੱਗੋਂ ਹੁਣ ਇਹ ਵੀ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਇਸ ਲਈ ਨਹੀਂ ਦੇਣਾ ਕਿ ਮੈਂ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਸ ਹੀ ਆਪਣੇ ਮਨ 'ਚ ਰੱਖੀ ਹੋਈ ਹੈ, ਕਿਉਂਕਿ ਇਹਦੇ ਅੱਗੇ ਸ਼ਬਦ ਸਪਸ਼ਟ ਹੋ ਜਾਣੇ ਨੇ। ਖੈਰ ਉਹ ਇਹ ਸ਼ਬਦ ਉੱਤੋਂ ਕਹਿ ਰਿਹਾ ਕਿ ਮੇਰੇ ਮਨ 'ਚ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਆਸ ਹੈ, ਮੈਂ ਬਾਣੀ ਦੇ ਭਰੋਸੇ ਤੇ ਜਿਉਂਦਾ ਹਾਂ। ਜਿਸ ਤੇ ਚਲੇ ਮੋਰ ਗੁਜਰਾਨਾ। ਪਰ ਇਹ ਆਸ ਉਹ ਜਿਹੜੀ ਨਹੀਂ ਜਿਹਨੂੰ ਬਾਣੀ ਬਚਨ ਕਹਿੰਦੀ ਆਸ ਭਰੋਸਾ ਖਸਮ ਕਾ ਨਾਨਕ ਕੇ ਜੀੜੇ, ਇਹ ਉਹ ਆਸ ਨਹੀਂ। ਇਹ ਆਸ ਹੈ ਕਿ ਇਹਦੇ ਤੋਂ ਮੇਰਾ ਗੁਜ਼ਰਾਨ ਚੱਲੇਗਾ, ਕਿਉਂਕਿ ਅੱਜ ਵੀ ਗੁਰਸਿੱਖ ਜਾਂਦੇ ਨੇ ਦਰਸ਼ਨ ਕਰਨ ਵਾਸਤੇ। ਸੋ ਇਸ ਤਰ੍ਹਾਂ ਇਹਦੇ ਤੋਂ ਸਾਡਾ ਗੁਜ਼ਰਾਨ ਚੱਲੇਗਾ, ਇਹ ਸਾਡੀ ਜੀਵਕਾ ਉਪਜੀਵਕਾ ਦਾ ਸਾਧਨ ਹੈ। ਖਾਨ ਪਾਨ ਕੋ ਖਰਚ ਮਹਾਨਾ। ਕਿਉਂਕਿ ਸਾਡੇ ਘਰ ਦਾ ਖਾਣ ਪਾਣ ਦਾ ਖਰਚਾ ਬੜਾ ਜ਼ਿਆਦਾ ਹੈ ਤੇ ਇਸ ਬਾਣੀ ਤੋਂ ਅਸੀਂ ਕਮਾਈ ਕਰਾਂਗੇ, ਕਿਉਂਕਿ ਸੱਚ ਇਹੀ ਹੈ। ਅੱਜ ਵੀ ਬੜੇ ਲੋਕ ਐਸੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਕੇਵਲ ਕਮਾਈ ਕਰਦੇ ਨੇ, ਜਿਨ੍ਹਾਂ ਨੇ ਮਾਫ ਕਰਿਓ ਗੁਰੂ ਕੇ ਸਰੂਪਾਂ ਨੂੰ ਇੱਕ ਸਾਧਨ ਇਸ ਤਰ੍ਹਾਂ ਬਣਾ ਲਿਆ ਆਪਣੀ ਕਮਾਈ ਦਾ। ਤੇ ਆਪਣੇ ਅਨਭੋਲ ਲੋਕ ਭੋਲੇ ਕਹਿੰਦੇ ਨਾ ਜੀ, ਅਸੀਂ ਜਿਸ ਥਾਂ ਤੇ ਜਿਸ ਡੇਰੇ ਜਾਂਦੇ ਹਾਂ ਉੱਥੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਪਰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ, ਲੋਕਾਂ ਨੂੰ ਇਹ ਪਤਾ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕੀਤਾ ਤੇ ਨਾ ਸਿੱਖਾਂ ਨੇ ਆਉਣਾ ਨਹੀਂ ਸਾਡੇ ਕੋਲ। ਇਹ ਤਾਂ ਸਿਰਫ ਸਾਨੂੰ ਖਿੱਚਣ ਦਾ ਇੱਕ ਤਰੀਕਾ ਹੁੰਦਾ ਹੈ। ਨਾ ਉਹ ਲੋਕ ਬਾਣੀ ਨੂੰ ਮੰਨਦੇ ਨੇ, ਨਾ ਉਹ ਬਾਣੀ ਨੂੰ ਪੜ੍ਹਦੇ ਨੇ, ਨਾ ਉਹ ਬਾਣੀ ਅਨੁਸਾਰ ਚੱਲਦੇ ਨੇ। ਸਿਰਫ ਇੱਕ ਸਾਨੂੰ ਖਿੱਚਣ ਦਾ ਤਰੀਕਾ ਹੁੰਦਾ ਹੈ ਤੇ ਅਸੀਂ ਭੋਲੇ ਅਨਭੋਲੇ ਕਹਿ ਦਿੰਦੇ ਨਾ ਜੀ ਉੱਥੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਅਸੀਂ ਤਾਂ ਵਹੀਰਾਂ ਘੱਤ ਕੇ ਉਹਨਾਂ ਕੋਲ ਜਾਂਦੇ ਆ। ਸੋ ਇਹੀ ਕਾਰਨ ਇਹ ਧੀਰਮਲੀਏ ਕਹਿੰਦੇ ਨੇ ਕਿ ਅਸੀਂ ਤਾਂ ਗੁਰੂ ਸਾਹਿਬ ਦਾ ਸਰੂਪ ਰੱਖਿਆ ਤਾਂ ਕਿ ਸੰਗਤ ਆਉਂਦੀ ਰਹੇਗੀ ਤੇ ਸਾਡੀ ਰੋਜੀ ਰੋਟੀ ਚੱਲਦੀ ਰਹੇਗੀ। ਜੋਰ ਪਾਏ ਕਰ ਹੋਏ ਬਖੇਰਾ। ਤੇ ਮਹਾਰਾਜ ਜੇ ਜ਼ੋਰ ਪਾਵਾਂਗੇ ਤੇ ਬਖੇੜਾ ਹੋਏਗਾ। ਬਾਕੀ ਜਿਵੇਂ ਮਹਾਰਾਜ ਆਪ ਜੀ ਹੁਕਮ ਕਰੋ, ਇੰਜ ਸਾਹਿਬ ਜੀ ਦੇ ਸਾਹਮਣੇ ਸਾਰਾ ਪੱਖ ਰੱਖਿਆ ਗਿਆ। ਕਹੋ ਤਾਂ ਲੈ ਆਵੇ ਇਸ ਬੇਰਾ। ਮਹਾਰਾਜ ਤੁਸੀਂ ਹੁਕਮ ਕਰੋ, ਕੋਈ ਵੱਡੀ ਗੱਲ ਨਹੀਂ ਹੈ। ਤੁਸੀਂ ਇੱਕ ਇਸ਼ਾਰਾ ਦਿਓ, ਅਸੀਂ ਹੁਣੇ ਗਏ ਤੇ ਧੀਰਮਲ ਤੋਂ ਸਰੂਪ ਲੈ ਕੇ ਆ ਜਾਵਾਂਗੇ। ਸ੍ਰੀ ਹਰਿ ਗੋਬਿੰਦ ਲਖੀ ਖੁਟਾਈ। ਧੰਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਨੇ ਧੀਰਮਲ ਦੀ ਜਦੋਂ ਇਹ ਮਨ ਦੀ ਖੁਟਾਈ ਜਾਣਨੀ ਕੀਤੀ ਤਾਂ ਅਗਰ ਤੁਰਕ ਟਿਗ ਪੱਤਰ ਪਠਾਈ। ਸਾਹਿਬ ਕਹਿੰਦੇ ਤਾਂ ਪਹਿਲਾਂ ਵੀ ਤੁਰਕਾਂ ਦੇ ਨਾਲ ਪੱਤਰੀਆਂ ਭਾਵ ਚਿੱਠੀ ਪੱਤਰ ਜਿਹੜਾ ਉਹ ਕਰਦਾ ਰਿਹਾ ਹੈ। ਬਹੁਰ ਭਵਿਖਤ ਕਰ ਅਪਰਾਧੂ। ਤੇ ਇਹਨੇ ਆਉਣ ਵਾਲੇ ਭਵਿੱਖ ਦੇ ਸਮੇਂ 'ਚ ਵੀ ਇਸ ਧੀਰਮਲ ਨੇ ਬੜੇ ਬੜੇ ਵੱਡੇ ਅਪਰਾਧ ਕਰਨੇ ਹਨ। ਜਥਾ ਪ੍ਰਿਥਿਆ ਪ੍ਰਥਮ ਅਸਾਧੂ। ਜਿਵੇਂ ਪ੍ਰਿਥੀ ਚੰਦ ਸੀ, ਉਹ ਜਿਵੇਂ ਤੁਰਕਾਂ ਦੇ ਨਾਲ ਸਮੇਂ ਦੀ ਸਰਕਾਰ ਦੇ ਨਾਲ ਚਿੱਠੀ ਪੱਤਰ ਕਰਦਾ ਸੀ। ਅੱਜ ਵੀ ਪੰਥ ਵਿੱਚ ਬੜੇ ਹਨ, ਆਪ ਜੀ ਜਾਣਦੇ ਹੋਵੋਗੇ। ਸੋ ਖੈਰ ਕਹਿੰਦੇ ਗੁਰੂ ਸਾਹਿਬ ਕਹਿਣ ਲੱਗੇ ਕਿ ਜਿਵੇਂ ਪ੍ਰਿਥੀ ਚੰਦ ਵੀ ਇਸ ਤਰ੍ਹਾਂ ਚਿੱਠੀ ਪੱਤਰ ਕਰਦਾ ਰਿਹਾ ਹੈ, ਕਦੇ ਸੁਲਹੀ ਖਾਨਾ ਕਦੇ ਸੁਲਭੀ ਖਾਨਾ, ਸੋ ਇਸ ਤਰ੍ਹਾਂ ਧੀਰਮਲ ਵੀ ਚਿੱਠੀ ਪੱਤਰ ਕਰ ਰਿਹਾ ਹੈ। ਆਪ ਸਜਾਏ ਜੇ ਕਛੂ ਦਿਵਾਵੇ। ਤੇ ਹੁਣ ਜੇ ਇਸੇ ਵਕਤ ਅਸੀਂ ਧੀਰਮਲ ਨੂੰ
ਭਾਈ ਬਿਧੀ ਚੰਦ ਸਾਹਿਬ ਨੂੰ ਕਹਿ ਕੇ ਕੋਈ ਸਜ਼ਾ ਦਵਾ ਦਿੰਦੇ ਹਾਂ ਤਾਂ ਨੀਕੀ ਨਹੀਂ ਕਿਸੂ ਮਨ ਭਾਵੈ। ਇਹ ਗੱਲ ਚੰਗੀ ਨਹੀਂ ਹੋਵੇਗੀ ਤੇ ਨਾ ਹੀ ਕਿਸੇ ਦੇ ਮਨ ਨੂੰ ਇਸ ਵਕਤ ਭਾਵੇਗੀ, ਕਿਉਂਕਿ ਬੜਾ ਕੁਝ ਦੁਨੀਆ ਨੇ ਸੋਚਣਾ ਹੈ ਕਿ ਪਰਿਵਾਰ ਵੀ ਸੋਚੇਗਾ ਕਿ ਜੰਗ ਜਿੱਤੇ ਨਹੀਂ ਤੇ ਉਸੇ ਵੇਲੇ ਆਪਣੇ ਹੀ ਪਰਿਵਾਰ ਦੇ ਜੀਆਂ ਦੇ ਉੱਤੇ ਇਸ ਤਰ੍ਹਾਂ ਹਮਲਾ ਕਰਵਾ ਦਿੱਤਾ, ਜਾਂ ਆਪਣੇ ਸਿੱਖਾਂ ਨੂੰ ਕਹਿ ਕੇ ਆਪਣੇ ਪਰਿਵਾਰ ਦੇ ਜੀਆਂ ਨਾਲ ਲੁੱਟ ਖੋਹ ਸ਼ੁਰੂ ਕਰਵਾਤੀ। ਸੋ ਕਈ ਕਾਰਨ ਹਜ਼ੂਰ ਪਾਤਸ਼ਾਹ ਜੀ ਨੇ ਵਿਚਾਰੇ ਹਨ, ਗੁਰੂ ਦੀਆਂ ਗੁਰੂ ਜਾਣੇ, ਅਸੀਂ ਐਵੇਂ ਕੋਈ ਕਿਆਸ ਅੰਦਾਜ਼ੇ ਲਾ ਕੇ ਵਿਆਖਿਆ ਕਰ ਦਈਏ। ਸੋ ਖੈਰ ਪਾਤਸ਼ਾਹ ਜੀ ਕਹਿੰਦੇ ਨਹੀਂ, ਇਸ ਵਕਤ ਨੀਕੀ ਨਹੀਂ ਕਿਸੂ ਮਨ ਭਾਵੈ, ਇਹ ਗੱਲ ਕਿਸੇ ਦੇ ਮਨ ਨੂੰ ਚੰਗੀ ਵੀ ਨਹੀਂ ਲੱਗੇਗੀ ਜੇ ਅਸੀਂ ਭਾਈ ਬਿਧੀ ਚੰਦ ਸਾਹਿਬ ਨੂੰ ਕਹੀਏ ਤੂੰ ਧੀਰਮਲ ਦੇ ਕੋਲ ਜਾ ਕੇ ਉਹਨੂੰ ਗੁੱਸਾ ਕਰ, ਉਹਦੇ ਨਾਲ ਲੜ, ਧੱਕੇ ਨਾਲ ਉਹਦੇ ਤੋਂ ਗੁਰੂ ਕਾ ਸਰੂਪ ਲੈ ਕੇ ਆਉਣਾ ਕਰ। ਹੋਏ ਅਧਿਕ ਹੀ ਅਵਗੁਣਿਆਰੋ। ਇਹ ਠੀਕ ਹੈ ਕਿ ਧੀਰਮਲ ਬਹੁਤ ਜ਼ਿਆਦਾ ਔਗਣਾਂ ਨਾਲ ਭਰਿਆ ਤੇ ਹੋਏ ਅਧਿਕ ਹੀ, ਆਉਣ ਵਾਲੇ ਸਮੇਂ 'ਚ ਵੀ ਇਹ ਬਹੁਤ ਜ਼ਿਆਦਾ ਔਗਣਾਂ ਨਾਲ ਭਰੇਗਾ, ਕਿਉਂਕਿ ਜਦੋਂ ਕਿਸੇ 'ਚ ਔਗਣ ਆ ਜਾਣ ਫਿਰ ਉਹ ਵੱਧਦਾ ਹੀ ਹੈ ਅਗਾਂਹ ਨੂੰ, ਘਟਦਾ ਬਹੁਤ ਘੱਟ ਹੁੰਦਾ ਹੈ। ਸਮੇਂ ਨਾਲੇ ਹੋਰ ਜ਼ਿਆਦਾ ਇਹਦੇ 'ਚ ਔਗਣ ਆਉਣਗੇ। ਤੋ ਅੰਤ ਕੋ ਅਹ ਹਮਾਰੋ। ਪਰ ਸਾਹਿਬ ਜੀ ਵਿਚਾਰਦੇ ਨੇ, ਕਹਿੰਦੇ ਆਖਰ ਹੈ ਤਾਂ ਸਾਡਾ ਹੈ ਨਾ, ਆਪਣਾ ਹੈ। ਇਸ ਸਾਰੀ ਗੱਲ ਨੂੰ ਵਿਚਾਰ ਕੇ ਕਿ ਨਹੀਂ ਫਿਰ ਵੀ ਅੰਤ ਦੇ ਸਮੇਂ ਤਾਂ ਸਾਡਾ ਹੀ ਹੈ ਨਾ, ਇੱਥੇ ਇੱਕ ਮੋਹ ਨਹੀਂ ਹੈ। ਜੇ ਆਪਾਂ ਇਸ ਗੱਲ ਦੀ ਇੰਜ ਵਿਆਖਿਆ ਕਰ ਲਈਏ, ਇਹ ਮੋਹ ਨਹੀਂ, ਜਿਵੇਂ ਕੋਈ ਸੰਸਾਰ ਤੇ ਕਹਿ ਦਿੰਦਾ ਫਿਰ ਕੀ ਸਾਡਾ ਹੀ ਧੀ ਪੁੱਤ ਹੈ ਨਾ, ਇਹੋ ਪੱਖ ਨਹੀਂ ਹੈ। ਇਹਦਾ ਅਗਾਂਹ ਚੱਲ ਕੇ ਆਪ ਜੀ ਦੇ ਸਾਹਮਣੇ ਖੁਲਾਸਾ ਹੋਏਗਾ। ਸੋ ਖੈਰ ਸਾਹਿਬ ਕਹਿੰਦੇ ਔਗਣਾਂ ਨਾਲ ਭਰਿਆ, ਔਗਣ ਕਰਨੇ ਨੇ, ਗੁਰੂ ਘਰ ਦੀ ਬੁਰਾਈ ਕਰਨੀ, ਨਿੰਦਾ ਕਰਨੀ, ਪਰ ਫਿਰ ਵੀ ਅੰਤ ਸਮੇਂ ਸਾਡਾ ਹੈ। ਇਤਿਆਦਿਕ ਬੋਰ ਦੇ ਵਿਚਾਰੀ। ਇਸ ਤਰ੍ਹਾਂ ਕਈ ਬਾਤਾਂ ਹਜ਼ੂਰ ਪਾਤਸ਼ਾਹ ਜੀ ਨੇ ਹਿਰਦੇ ਵਿਚਾਰੀਆਂ ਹਨ। ਸ੍ਰੀ ਹਰਿ ਗੋਬਿੰਦ ਗਿਰਾ ਉਚਾਰੀ। ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਕਹਿਣ ਲੱਗੇ, ਕੁਛ ਨ ਕਹੋ ਚਾਹੇ ਸੋ ਕਰਹਿ। ਕਹਿੰਦੇ ਭਾਈ ਬਿਧੀ ਚੰਦ ਸਾਹਿਬ ਕੁਛ ਨਾ ਕਹੋ ਉਹਨੂੰ, ਉਹ ਜੋ ਕਰਨਾ ਚਾਹੁੰਦਾ ਜਾਂ ਜੋ ਕਰ ਰਿਹਾ ਧੀਰਮਲ ਉਹਨੂੰ ਕਰਨ ਦੇਣਾ ਕਰੋ। ਗੁਰ ਕਰ ਸੋ ਇਹੋ ਮੇਲ ਨ ਤਰਹਿ। ਇਹਦਾ ਗੁਰੂ ਘਰ ਨਾਲ ਕੋਈ ਮੇਲ ਨਹੀਂ ਹੋਣਾ ਤੇ ਨਾ ਇਹਦਾ ਅਗਾਂਹ ਜਾ ਕੇ ਹੀ ਹੋਣਾ, ਇਹਦਾ ਗੁਰੂ ਘਰ ਨਾਲ ਮੇਲ ਹੀ ਕੋਈ ਨਹੀਂ ਹੈ। ਗੁਰਸਿੱਖਾਂ ਦੇ ਨਾਲ, ਗੁਰਮਤ ਦੇ ਨਾਲ ਸਭ ਕਹਿੰਦੇ ਇਹਦਾ ਮੇਲ ਜੋਲ ਹੀ ਕੋਈ ਨਹੀਂ, ਛੱਡ ਦੇਣਾ ਕਰੋ ਇੱਕ ਵਾਰ। ਪ੍ਰਥਮ ਪ੍ਰਿਥਕ ਪ੍ਰਿਥਿਆ ਜਿਮ ਭਇਓ। ਤੇ ਫਿਰ ਭਾਈ ਬਿਧੀ ਚੰਦ ਸਾਹਿਬ ਜੀ ਦੇ ਨਾਲ ਵਾਰਤਾਲਾਪ ਕਰਕੇ ਸਾਹਿਬ ਕਹਿੰਦੇ ਪ੍ਰਥਮ ਪ੍ਰਿਥਕ ਪ੍ਰਿਥਿਆ ਜਿਮ ਭਇਓ। ਸਭ ਕਹਿੰਦੇ ਜਿਵੇਂ ਇਹਦੇ ਤੋਂ ਪਹਿਲਾਂ ਪ੍ਰਿਥੀ ਚੰਦ ਦੇ ਇਸ ਤਰ੍ਹਾਂ ਕੀਤੀ ਹੈ, ਤਿਮ ਇਹ ਰਹੇ ਅਪਰ ਮਗ ਲਿਓ। ਜਿਵੇਂ ਉਹਨੇ ਵੱਖਰਾ ਰਸਤਾ ਅਪਣਾ ਲਿਆ ਸੀ ਕਿ ਗੁਰੂ ਰਾਮਦਾਸ ਸਾਹਿਬ ਜੀ ਤੋਂ ਅਲੱਗ ਹੋ ਕੇ ਚੱਲਣਾ ਉਹਨੇ ਸ਼ੁਰੂ ਕਰ ਦਿੱਤਾ। ਸਭ ਕਹਿੰਦੇ ਇਵੇਂ ਹੀ ਇਹਨੇ ਵੱਖਰਾ ਰਸਤਾ ਜਿਹੜਾ ਅਪਣਾ ਲਿਆ ਹੈ। ਜਿਵੇਂ ਉਹ ਗੁਰੂ ਘਰ ਦਾ ਵਿਰੋਧੀ ਹੋ ਗਿਆ, ਇਹ ਵੀ ਗੁਰੂ ਘਰ ਦਾ ਵਿਰੋਧੀ ਹੋ ਗਿਆ। ਜਿਵੇਂ ਉਹ ਸਮੇਂ ਦੀ ਸਰਕਾਰ ਦੇ ਨਾਲ, ਬਾਦਸ਼ਾਹਾਂ ਨਾਲ ਮੇਲ ਜੋਲ ਕਰਦਾ ਸੀ, ਉਵੇਂ ਰਸਤਾ ਇਹਨੇ ਫੜ ਲਿਆ। ਜਿਵੇਂ ਉਹ ਗੁਰੂ ਘਰ ਤੋਂ ਅਲੱਗ ਹੈ, ਜਿਵੇਂ ਉਹਦੇ ਨਾਲ ਕੋਈ ਮੇਲ ਮਿਲਾਪ ਨਹੀਂ, ਕੋਈ ਸਾਂਝ ਨਹੀਂ ਹੈ, ਉਸੇ ਤਰ੍ਹਾਂ ਇਹਦੇ ਨਾਲ ਵੀ ਸਾਡੀ ਕੋਈ ਸਾਂਝ ਨਹੀਂ। ਸੁਨ ਬਿਧਿਐ ਕਰ ਜੋਰ ਅਲਾਇਓ। ਜਦੋਂ ਇਹ ਸ਼ਬਦ ਪਾਤਸ਼ਾਹ ਜੀ ਨੇ ਕਿਹਾ ਨਾ ਤੇ ਭਾਈ ਬਿਧੀ ਚੰਦ ਸਾਹਿਬ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਫਿਰ ਕਹਿਣ ਲੱਗੇ, ਤੁਮ ਆਇਸ ਲੈ ਗ੍ਰੰਥ ਲਿਖਾਇਓ। ਮਹਾਰਾਜ ਮੈਂ ਤੁਹਾਡੀ ਆਗਿਆ ਲੈ ਕੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਸਰੂਪ ਦਾ ਉਤਾਰਾ ਜਿਹੜਾ ਸੀ ਤੁਹਾਡੀ ਆਗਿਆ ਲੈ ਕੇ ਕਰ ਰਿਹਾ ਸੀ। ਨਹੀਂ ਸੰਪੂਰਨ ਅਵਲੋ ਪਇਓ। ਪਰ ਮਹਾਰਾਜ ਉਹ ਸਰੂਪ ਤੇ ਹਾਲੇ ਤੱਕ ਮੇਰੇ ਤੋਂ ਸੰਪੂਰਨ ਨਹੀਂ ਹੋਇਆ। ਜੋ ਮੈਂ ਲਿਖ ਰਿਹਾ ਸੀ ਹੱਥ ਦੇ ਨਾਲ ਉਹ ਨਹੀਂ ਲਿਖਿਆ ਗਿਆ ਹੈ। ਰਾਗ ਬਿਲਾਵਲ ਲੋ ਲਿਖ ਲਿਓ। ਤੇ ਮਹਾਰਾਜ ਉਹ ਪਾਵਨ ਸਰੂਪ ਬਿਲਾਵਲ ਰਾਗ ਤੱਕ ਹੀ ਕੇਵਲ ਲਿਖਿਆ ਗਿਆ ਹੈ। ਆਦੋ ਰਹੇ ਸੋ ਜਾਨੀ ਪਰ। ਤੇ ਮਹਾਰਾਜ ਇੰਜ ਜਾਣਿਆ ਪੈ ਰਿਹਾ, ਇੰਜ ਮਹਿਸੂਸ ਹੋ ਰਿਹਾ ਕਿ ਉਹ ਸਰੂਪ ਤੇ ਫਿਰ ਅੱਧਾ ਹੀ ਰਹਿ ਜਾਵੇਗਾ। ਦੇਬੋ ਇਹੋ ਨਹੀਂ ਕਿਸ ਕਰੈ। ਕਿਉਂਕਿ ਇਹਨੇ ਧੀਰਮਲ ਨੇ ਤੇ ਦੇਣਾ ਨਹੀਂ। ਇਹ ਕਿਹੜਾ ਸਰੂਪ ਨਹੀਂ ਇਹਨੇ ਦੇਣਾ, ਜਿਹੜਾ ਇਹਦੇ ਕੋਲ ਹੈ ਸਰੂਪ ਉਹਦੇ ਤੋਂ ਹੀ ਤਾਂ ਉਤਾਰਾ ਕੀਤਾ ਜਾਣਾ। ਤੇ ਜੇ ਉਹ ਅਸਲੀ ਸਰੂਪ ਸਾਨੂੰ ਦਵੇਗਾ ਨਹੀਂ ਕੱਲ ਨੂੰ, ਤੇ ਮੈਂ ਜਿਹੜਾ ਉਤਾਰਾ ਕਰ ਰਿਹਾ ਹਾਂ ਉਹ ਨਹੀਂ ਕੀਤਾ ਜਾਏਗਾ। ਸੋ ਉਹ ਸਰੂਪ ਜੋ ਵਿਚਾਰ ਚੱਲੀ ਸੀ ਸਤਿਕਾਰਯੋਗ ਗਿਆਨੀ ਸੁਖਦੇਵ ਸਿੰਘ ਸਾਹਿਬ ਜੀ ਦੇ ਨਾਲ, ਇਹ ਸਾਰੀ ਕਿਉਂਕਿ ਉਹ ਕਾਫੀ ਖੋਜ ਕਰਦੇ ਨੇ ਇਹਨਾਂ ਵਿਸ਼ਿਆਂ ਦੇ ਉੱਤੇ, ਤਾਂ ਉਹ ਪਾਵਨ ਸਰੂਪ ਜਿਹੜਾ ਉਹ ਸੁਰ ਸਿੰਘ ਨਗਰ ਦੇ ਅੰਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਪਰਿਵਾਰ ਕੋਲ ਅੱਜ ਵੀ ਸੁਭਾਏਮਾਨ ਹੈ।
ਜੋ ਸਰੂਪ ਕੇਵਲ ਬਿਲਾਵਲ ਰਾਗ ਤੱਕ ਲਿਖਿਆ ਗਿਆ ਹੈ। ਭਾਈ ਬਿਧੀ ਚੰਦ ਸਾਹਿਬ ਜੀ ਨੇ ਲਿਖਿਆ, ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਸਪੁੱਤਰ ਲਾਲ ਚੰਦ ਸਾਹਿਬ ਜੀ ਨੂੰ ਪਿਆਰ ਸਹਿਤ ਇਹ ਜਿਹੜਾ ਸੀ ਜਿਵੇਂ ਕਹਿ ਲਓ ਪਿਆਰ ਸਹਿਤ ਉਹਨਾਂ ਨੂੰ ਦੇ ਦਿੱਤਾ, ਭੇਟ ਕਰ ਦਿੱਤਾ, ਆਪਣੀ ਬਖਸ਼ਿਸ਼ ਰੂਪ ਜਾਣ ਕਰਕੇ ਉਹਨਾਂ ਨੂੰ ਦੇ ਦਿੱਤਾ। ਇਹ ਪਾਵਨ ਸਰੂਪ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਕੋਲ ਸੁਭਾਇਮਾਨ ਹੈ। ਗਿਆਨੀ ਜੀ ਨੇ ਦਰਸ਼ਨ ਵੀ ਖੈਰ ਕੀਤੇ ਹਨ। ਸੋ ਇਹ ਉਹ ਪਾਵਨ ਸਰੂਪ ਦਾ ਜ਼ਿਕਰ ਹੈ। ਭਾਈ ਬਿਧੀ ਚੰਦ ਸਾਹਿਬ ਕਹਿੰਦੇ, ਮਹਾਰਾਜ ਅਸਲ ਸਰੂਪ ਇਹਨੇ ਹੁਣ ਦੇਣਾ ਨਹੀਂ, ਤੇ ਜਿਹੜਾ ਉਲੱਥਾ ਉਤਾਰਾ ਮੈਂ ਕਰ ਰਿਹਾ ਉਹ ਹੋਵੇਗਾ ਨਹੀਂ, ਤੇ ਉਹ ਸਰੂਪ ਜਿਹੜਾ ਬਿਲਾਵਲ ਰਾਗ ਤੱਕ ਹੀ ਰਹਿ ਜਾਵੇਗਾ, ਇੰਜ ਮਹਿਸੂਸ ਹੁੰਦਾ ਹੈ। ਸ੍ਰੀ ਹਰਿ ਗੋਬਿੰਦ ਬਹੁਰ ਉਚਾਰੇ। ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਭਾਈ ਬਿਧੀ ਚੰਦ ਸਾਹਿਬ ਦੀ ਇਹ ਭਾਵਨਾ ਦੇਖ ਕਰਕੇ ਫਿਰ ਕਹਿਣ ਲੱਗੇ, ਗੁਰੂ ਗ੍ਰੰਥ ਲਿਖੀਐ ਜਗ ਸਾਰੇ। ਤੇ ਭਾਈ ਬਿਧੀ ਚੰਦ ਸਾਹਿਬ ਜੀ ਫਿਕਰ ਨਾ ਕਰੋ, ਸਾਰੇ ਸੰਸਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਲਿਖਵਾਏ ਜਾਣਗੇ। ਪੁਰ ਪੁਰ ਗ੍ਰਾਮਨ ਘਰ ਘਰ ਹੋਏ। ਤੁਸੀਂ ਇਹ ਨਾ ਚਿੰਤਾ ਕਰੋ ਕਿ ਇਹ ਧੀਰਮਲ ਸਰੂਪ ਨਹੀਂ ਦਊਗਾ ਤੇ ਖਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਹ ਸਰੂਪ ਪੰਥ ਕੋਲ ਆਵੇਗਾ ਹੀ ਨਹੀਂ। ਸਭ ਕਹਿੰਦੇ ਘਰ ਘਰ ਵਿੱਚ ਪ੍ਰਕਾਸ਼ ਹੋਇਆ ਕਰਨਗੇ। ਦੇਖੋ ਅੱਜ ਹਰ ਨਗਰ ਹਰ ਪਿੰਡ ਕਈ ਘਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹਨ। ਇੱਕ ਇਸ਼ਾਰਾ ਸੀ ਕਿ ਸਮਾਂ ਆਏਗਾ 10ਵੇਂ ਜਾਮੇ 'ਚ ਬਾਣੀ ਅਸੀਂ ਲਿਖਵਾ ਦੇਣੀ ਸਾਰੀ, ਤੇ ਫਿਰ ਘਰ ਘਰ ਅੰਦਰ ਪ੍ਰਕਾਸ਼ ਹੋ ਜਾਣੇ ਨੇ। ਸੋ ਇਸ ਤਰ੍ਹਾਂ ਸਾਹਿਬ ਕਹਿੰਦੇ ਚਿੰਤਾ ਨਾ ਕਰਨੀ ਕਰੋ। ਪਠ ਹੈ ਸੁਨ ਹੈ ਜਹ ਕਹਿ ਸਭ ਕੋਏ। ਤੇ ਸਭ ਕਹਿੰਦੇ ਤੁਸੀਂ ਇਹ ਕਹਿੰਦੇ ਹੋ ਕਿ ਬਾਣੀ ਫਿਰ ਸਾਨੂੰ ਮਿਲੇਗੀ ਕਿਵੇਂ, ਕਿਉਂਕਿ ਇਹਨੇ ਤੇ ਸਰੂਪ ਨੂੰ ਤਾਲੇ ਲਾ ਲੈ। ਸਭ ਕਹਿੰਦੇ ਸਮਾਂ ਆਏਗਾ ਘਰ ਘਰ ਵਿੱਚ ਬਾਣੀ ਦੇ ਪ੍ਰਕਾਸ਼ ਹੋਣਗੇ। ਮੇਰੇ ਗੁਰਸਿੱਖ ਪੜ੍ਹਿਆ ਕਰਨਗੇ, ਮੰਨਣ ਕਰਿਆ ਕਰਨਗੇ, ਸਰਵਣ ਕਰਿਆ ਕਰਨਗੇ। ਬਹੁਰ ਸਮੋ ਐਸੋ ਹੋਏ ਜਾਏ। ਤੇ ਫਿਰ ਸਾਹਿਬ ਜੀ ਨੇ ਆਉਣ ਵਾਲੇ ਸਮੇਂ ਵੱਲ ਇੱਕ ਇਸ਼ਾਰਾ ਕਰਕੇ ਕਿਹਾ, ਭਾਈ ਬਿਧੀ ਚੰਦ ਸਾਹਿਬ ਅੱਗੇ ਐਸਾ ਵੀ ਇੱਕ ਸਮਾਂ ਆ ਜਾਣਾ ਹੈ, ਜਗਤ ਰਾਜ ਹਮ ਸਿੱਖ ਕਮਾਏ। ਕਿ ਜਗਤ ਦੇ ਵਿੱਚ ਸਾਰੀ ਦੁਨੀਆ ਤੇ ਰਾਜ ਜਿਹੜਾ ਉਹ ਮੇਰੇ ਸਿੱਖ ਕਰਨਗੇ। ਜਦੋਂ ਆਪਾਂ ਅੱਜ ਸ਼ਬਦ ਪੜ੍ਹਦੇ ਨਾ ਰਾਜ ਕਰੇਗਾ ਖਾਲਸਾ, ਇਹ ਹੈ ਨਾ ਕਈ ਸਾਡੇ ਕਹਿ ਦਿੰਦੇ ਖੌਰੇ ਹੋਏਗਾ ਕਿ ਨਹੀਂ। ਗੁਰਮੁਖੋ ਗੁਰੂ ਕੇ ਬਚਨ ਅਟਲ ਹਨ, ਇਹਨਾਂ ਤੇ ਕਦੀ ਸ਼ੱਕ ਸ਼ੰਕਾ ਨਾ ਕਰੋ। ਗੁਰੂ ਸਾਹਿਬ ਕਹਿੰਦੇ ਮੇਰਾ ਸਿੱਖ ਜਿਹੜਾ ਹੈ, ਕਲਗੀਧਰ ਪਾਤਸ਼ਾਹ ਨੇ ਕਿ ਮੇਰਾ ਖਾਲਸਾ ਰਾਜ ਕਰੇਗਾ ਦੁਨੀਆ ਦੇ ਉੱਤੇ। ਤੇ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਸਾਹਿਬ ਜਦੋਂ ਸਾਰੇ ਜਗਤ ਤੇ ਮੇਰੇ ਸਿੱਖਾਂ ਦਾ ਰਾਜ ਹੋ ਗਿਆ, ਦੇਸ਼ ਵਿਦੇਸ਼ਨ ਵਧੇ ਪ੍ਰਤਾਪ। ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਘਰ ਦਾ ਗੁਰਸਿੱਖਾਂ ਦਾ ਪ੍ਰਤਾਪ ਵਧੇਗਾ। ਵਾਹਿਗੁਰੂ ਕਹੋ ਜਾਪਹਿ ਜਾਪ। ਤੇ ਫਿਰ ਸਾਰੀ ਦੁਨੀਆ ਜਿਹੜੀ ਹੈ ਉਹ ਵਾਹਿਗੁਰੂ ਵਾਹਿਗੁਰੂ ਦਾ ਜਪਣ ਕਰੇਗੀ। ਇਸ ਤੇ ਆਦ ਜੇ ਗੁਰ ਕਰ ਦਰੋਹੀ। ਤੇ ਸਭ ਕਹਿੰਦੇ ਧੀਰਮਲ ਦੇ ਸਮੇਤ ਜਿਹੜੇ ਹੋਰ ਵੀ ਗੁਰੂ ਘਰ ਦੇ ਦਰੋਹੀ ਹੋਣਗੇ, ਸਭ ਅਨੁਸਾਰ ਤਿਨੋ ਕੇ ਹੋਈ। ਤੇ ਸਾਰੇ ਜਿਹੜੇ ਨੇ ਨਾ ਉਹ ਮੇਰੇ ਸਿੱਖਾਂ ਦੇ ਅਨੁਸਾਰ ਹੋ ਜਾਣਗੇ। ਜਦੋਂ ਆਪਾਂ ਬਚਨ ਪੜ੍ਹਦੇ ਨਾ ਖੁਆਰ ਹੋਏ ਸਭ ਮਿਲਣਗੇ, ਇਹ ਸਾਰੇ ਸਮਾਂ ਆਉਣ ਤੇ ਮਿਲ ਜਾਣੇ ਨੇ ਪੰਥ ਦੇ ਅੰਦਰ। ਤਾਂ ਸਭ ਕਹਿੰਦੇ ਗੁਰੂ ਘਰ ਦੇ ਦਰੋਹੀ ਤੇ ਆਪ ਗੁਰੂ ਸਿੱਖਾਂ ਦੇ ਵਿੱਚ ਆ ਕੇ ਮਿਲਣਗੇ। ਇਹ ਵੀ ਗ੍ਰੰਥ ਜੋਰ ਕੋ ਪਾਏ। ਤੇ ਸਮਾਂ ਆਏਗਾ ਜਦੋਂ ਸਿੱਖ ਰਾਜ ਕਰਨਗੇ, ਇਹ ਵੀ ਗ੍ਰੰਥ ਜੋਰ ਕੋ ਪਾਏ। ਆ ਜਿਹੜਾ ਸਰੂਪ ਹੈ ਨਾ ਜੋ ਅੱਜ ਵੀ ਧੀਰਮੱਲੀਆਂ ਦੇ ਕੋਲ ਹੈ, ਫਿਕਰ ਨਾ ਕਰੋ। ਸਾਹਿਬ ਕਹਿੰਦੇ ਮੇਰੇ ਸਿੱਖ ਜਦੋਂ ਰਾਜ ਕਰਨਗੇ ਆਪਣੇ ਜ਼ੋਰ ਨਾਲ ਇਹਨਾਂ ਤੋਂ ਲੈ ਲੈਣਗੇ। ਉਹ ਸਮਾਂ ਕਦੀ ਆਵੇਗਾ ਕਿ ਸਰੂਪ ਖਾਲਸੇ ਪੰਥ ਦੇ ਕੋਲ ਹੋਵੇਗਾ। ਲੈ ਹੋ ਆਪਣੇ ਨਿਕਟ ਮੰਗਾਏ। ਤੇ ਸਾਹਿਬ ਕਹਿੰਦੇ ਗੁਰਸਿੱਖ ਇਸ ਸਰੂਪ ਨੂੰ ਆਪਣੇ ਕੋਲ ਮੰਗਵਾ ਲੈਣਗੇ। ਤਿੰਨ ਸਿੱਖਨ ਕੇ ਹੋਏ ਅਧੀਨ। ਇਹਨਾਂ ਦੇ ਜਿਹੜੇ ਫਿਰ ਅੱਗੇ ਪਰਿਵਾਰ ਜਾਂ ਧੀਰ ਮੱਲੀਏ ਜਿਹੜੇ ਇਹਨਾਂ ਨਾਲ ਜੁੜੇ ਹੋਏ ਲੋਕ ਹੋਣਗੇ, ਉਹ ਮੇਰੇ ਗੁਰਸਿੱਖਾਂ ਦੇ ਖਾਲਸੇ ਦੇ ਅਧੀਨ ਹੋ ਜਾਣਗੇ। ਕਰੇ ਜੀਵਕਾ ਆਪਣੀ ਪੀਨ। ਜਿਹੜੇ ਹੁਣ ਕਹਿੰਦੇ ਨੇ ਇਸ ਬਾਣੀ ਦੇ ਦਰਸ਼ਨ ਕਰਾ ਕੇ ਸਾਡੀ ਜੀਵਕਾ ਚੱਲਦੀ, ਇਹ ਫਿਰ ਆਪਣੀ ਜੀਵਕਾ ਵਾਸਤੇ ਪੰਥ ਦਾ ਆਸਰਾ ਲੈਣਗੇ। ਇਮ ਕਹਿ ਸਤਿਗੁਰ ਤਿਆਰੀ ਕੀਨ। ਇਸ ਤਰ੍ਹਾਂ ਕਹਿ ਕੇ ਹਜੂਰ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਵੱਲ ਚਾਲੇ ਮਾਰਨ ਦੀ ਤਿਆਰੀ ਕਰ ਲਈ। ਬਿਤੀ ਜਾਮ ਜਾਮਨੀ ਤੀਨ। ਇਸ ਤਰ੍ਹਾਂ 3 ਜਾਮਨੀ 3 ਪਹਿਰ ਰਾਤ ਜਿਹੜੀ ਉਹ ਬੀਤ ਗਈ ਹੈ। ਜਹ ਕਹਿ ਪੁਰ ਮੈਂ ਜਰੇ ਮਸਾਲ। ਸਾਰੇ ਕਰਤਾਰਪੁਰ ਸਾਹਿਬ ਦੇ ਵਿੱਚ ਜਿੱਥੇ ਗੁਰੂ ਕਾ ਪਰਿਵਾਰ ਹੁਣ ਇਕੱਠਾ ਹੋਇਆ, ਸਾਰੇ ਪਾਸੇ ਮਸ਼ਾਲਾਂ ਜਗ ਰਹੀਆਂ ਹਨ। ਆਏ ਜਾਏ ਬੋ ਬਸਤ ਮਸਾਲ। ਤੇ ਆਉਂਦਿਆਂ ਜਾਂਦਿਆਂ ਜਿਸ ਦੇ ਹੱਥ ਵਿੱਚ ਵੇਖੋ ਮਸ਼ਾਲ ਫੜੀ ਜਗ ਰਹੀ ਹੈ। ਗੁਰ ਜੇ ਖਰੇ
ਗਏ ਤਹਾਂ ਲਗ ਸਾਰੇ। ਜਿੱਥੇ ਗੁਰੂ ਸਾਹਿਬ ਖੜੇ ਨੇ ਤੇ ਜਿੱਥੋਂ ਤੱਕ ਗੁਰੂ ਦਾ ਪਰਿਵਾਰ ਜਾਂ ਹੋਰ ਗੁਰਸਿੱਖ ਯੋਧੇ ਖੜੇ ਹਨ, ਝਾਰ ਮਤਾਬੀ ਦਿਪਹਿ ਉਦਾਰੇ। ਸਾਰੇ ਪਾਸੇ ਕੇਵਲ ਉਜਾਲਾ ਹੀ ਉਜਾਲਾ, ਮਸ਼ਾਲਾਂ ਹੀ ਮਸ਼ਾਲਾਂ ਦਿਸਦੀਆਂ ਹਨ। ਤਿਮਰ ਬਿਨਾਸੇ ਪਇਓ ਪ੍ਰਕਾਸ਼। ਹਨੇਰਾ ਜਿਹੜਾ ਇੰਜ ਨਾਸ਼ ਹੋ ਗਿਆ ਤੇ ਸਾਰੇ ਪਾਸੇ ਉਜਾਲਾ ਪ੍ਰਕਾਸ਼ ਇੰਜ ਹੋ ਗਿਆ। ਜਨ ਦਿਨ ਮਣ ਹੀ ਚੜਿਓ ਆਕਾਸ਼। ਇੰਜ ਲੱਗਦਾ ਹੈ ਜਿਵੇਂ ਰਾਤ ਦੇ ਸਮੇਂ ਹੀ ਆਕਾਸ਼ ਦੇ ਵਿੱਚ ਦਿਨ ਮਨੀ ਭਾਵ ਸੂਰਜ ਚੜ ਆਇਆ ਹੋਵੇ। ਸਰਬ ਆਨ ਜਬ ਇਕੱਠੇ ਭਏ। ਸੋ ਇਸ ਤਰ੍ਹਾਂ ਜਦੋਂ ਸਾਰੇ ਜੀ ਗੁਰਸਿੱਖ ਯੋਧੇ ਸਭ ਇਕੱਠੇ ਹੋ ਗਏ ਤਾਂ ਕਹਿ ਭਲ ਸੰਭਾਰਨ ਕੀਏ। ਫਿਰ ਸਾਹਿਬ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਕਹਿ ਕੇ ਸਾਰਿਆਂ ਦੀ ਸਾਰ ਸੰਭਾਲ ਲੈ ਲਈ ਹੈ। ਸਗਰੋ ਗੁਰੂ ਕੁਟੰਬ ਚਲੇ ਆਏ। ਸੋ ਇਸ ਤਰ੍ਹਾਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵੀ ਆਣ ਕੋਲ ਹਾਜ਼ਰ ਹੋਇਆ। ਸੰਗ ਸਿੱਖ ਸੈਨਾ ਸਮੁਦਾਏ। ਜਿਨ੍ਹਾਂ ਦੇ ਨਾਲ ਸਿੱਖ ਸੈਨਾ ਰੂਪ ਅੰਦਰ ਸਮੂਹ ਰੂਪ ਵਿੱਚ ਹਨ। ਪ੍ਰਿਥਕ ਪ੍ਰਿਥਕ ਸਭ ਬੂਝਨ ਕੀਨੇ। ਸਾਹਿਬ ਪਾਤਸ਼ਾਹ ਜੀ ਨੇ ਫਿਰ ਕੱਲੇ ਕੱਲੇ ਨੂੰ ਉਹਦਾ ਹਾਲ, ਉਹਦਾ ਸਾਰਾ ਦੁੱਖ ਸੁੱਖ ਜਿਹੜਾ ਸੀ ਉਹ ਪੁੱਛਣਾ ਕੀਤਾ। ਪੁਨ ਪ੍ਰਸਥਾਨ ਹੇਤ ਚਿਤ ਦੀਨੇ। ਫਿਰ ਸਾਹਿਬ ਜੀ ਨੇ ਦੇਖਿਆ ਵੀ ਸਾਰੇ ਠੀਕ ਹੋ, ਚੱਲਣ ਵਾਸਤੇ ਤਿਆਰ ਹੋ, ਕਿਸੇ ਨੂੰ ਕੋਈ ਮੁਸ਼ਕਲ ਕੋਈ ਪਰੇਸ਼ਾਨੀ ਤਾਂ ਨਹੀਂ ਹੈ। ਜਦੋਂ ਸਾਰਿਆਂ ਨੇ ਸੀਸ ਝੁਕਾ ਕੇ ਹਾਂ ਵਿੱਚ ਕਿਹਾ ਤੇ ਫਿਰ ਪਾਤਸ਼ਾਹ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਚਾਲੇ ਮਾਰਨ ਦਾ ਜਿਹੜੀ ਆਗਿਆ ਹੈ ਨਗਾਰਾ ਵਜਵਾ ਦਿੱਤਾ। ਇੰਜ ਹਜੂਰ ਪਾਤਸ਼ਾਹ ਜੀ ਫਿਰ ਸ੍ਰੀ ਕਰਤਾਰਪੁਰ ਸਾਹਿਬ ਤੋਂ ਸ੍ਰੀ ਕੀਰਤਪੁਰ ਸਾਹਿਬ ਵੱਲ ਨੂੰ ਪਾਤਸ਼ਾਹ ਜੀ ਨੇ ਕੂਚ ਕਰ ਦਿੱਤਾ। ਇੰਜ ਕਰਤਾਰਪੁਰ ਸਾਹਿਬ ਦਾ ਜੰਗ ਸਮਾਪਤ ਹੋਇਆ ਤੇ ਪਾਤਸ਼ਾਹ ਜੀ ਆਪਣੇ ਸਾਰੇ ਪਰਿਵਾਰ ਸਿੱਖਾਂ ਨੂੰ ਲੈ ਕਰਕੇ ਚੱਲ ਪਏ ਤੇ ਧੀਰਮਲ ਉਸੇ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਟਿਕ ਗਿਆ ਹੈ। ਸੋ ਇੱਥੇ ਸਮਾਂ ਔਰ ਪ੍ਰਸੰਗ ਸੰਪੰਨ ਹਨ। ਭੁੱਲਾਂ ਦੀ ਖਿਮਾ ਹਜੂਰ ਪਾਤਸ਼ਾਹ ਤਰਸ ਕਰਨ, ਸਮੱਤ ਦੀ ਦਾਤ ਬਖਸ਼ ਨਿਵਾਜਨਾ ਕਰਨ। ਸਗਰੋ ਗੁਰ ਕੁਟੰਬ ਚਲੇ ਆਏ। ਸੰਗ ਸਿੱਖ ਸੈਨਾ ਸਮੁਦਾਏ। ਪ੍ਰਿਥਕ ਪ੍ਰਿਥਕ ਸਭ ਬੂਝਨ ਕੀਨੇ। ਪੁਨ ਪ੍ਰਸਥਾਨ ਹੇਤ ਚਿਤ ਦੀਨੇ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।